अपने रिलायंस के पंप जाम किए हुए आ, मॉल जाम किए हुए आ। इस तो बिना जोड़े टोल प्लाजे आ वो साडे जाम किए आ, वो ज्यों दे त्यों जारी रहणगे। इस तो बिना कोल भारतीय जनता पार्टी के जोड़े लीडर आ सेंटर तो आके पंजाब दे विच प्रचार कर रहे आ, ਜਿਹੜੇ ਇਹ कर रहे आ भी ये बिल ठीक है, उन्होंने खिलाफ वड्डी मूवमेंट उठाई जाऊगी पंजाब अंदर। उन्होंने घरां दे कराओ, उन्होंने जिथे प्रेस कॉन्फ्रेंस करनगे उत्थे कराओ किए जाणगे, वो लगातार जारी है। वड्डी मूवमेंट है मतलब सारे इन्हों के घरां तक, घरां दे मूहरे जाके धरने लै जाणगे। बहुत सही शुरू हो चुके आ, जिथे रहिंदे आ उत्थे वो एक दो दिन शुरू हो जाणगे। ਜਿਹੜੇ ਮੰਤਰੀ ਮਿਲਣ ਆਏ ਸੀ ਕੱਲ ਉਹਨਾਂ ਨੇ ਵਰਚੁਅਲ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ ਸੰਗਰੂਰ 'ਚ। ਸਾਡੇ ਸਾਥੀਆਂ ਨੇ ਜਾ ਕੇ ਉਹ ਜਿਹੜੀ ਮੀਟਿੰਗ ਹੈ ਉਹਨੂੰ ਰੋਕਿਆ। ਇਸੇ ਤਰ੍ਹਾਂ ਦੀ ਜਿਹੜੇ ਸ਼ਹਿਰ 'ਚੋਂ ਜਾਣਗੇ। ਜਿੱਥੇ ਜਿੱਥੇ ਵੀ ਆਉਣਗੇ ਉਹ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਉਹਨਾਂ ਦੀਆਂ ਅਸੀਂ ਉਹ ਲਿਸਟਾਂ ਲਵਾਂਗੇ, ਉਹ ਕਿਹੜੇ ਸ਼ਹਿਰ ਜਾ ਰਹੇ ਆ, ਕਿੱਥੇ ਜਾ ਰਹੇ ਆ, ਕਿੱਥੇ ਪ੍ਰੋਗਰਾਮ ਕਰ ਰਹੇ ਆ, ਉਧਰ ਨੂੰ ਅਸੀਂ ਮਾਰਚ ਕਰਾਂਗੇ। नहीं अजे असी कोई छोड़ नहीं, जिवें पहला साडा अंदोलन चलदा उवें जारी रहूगा। 20 ਨੂੰ ਸਾਡੀ ਮੀਟਿੰਗ ਹੈ, 20 ਨੂੰ ਮੀਟਿੰਗ ਹੈ। अगला फैसला ਅਸੀਂ 20 ਦੀ ਮੀਟਿੰਗ 'ਚ ਲਵਾਂਗੇ। नहीं नहीं ਇਹਦਾ ਅਣਮਿੱਥੇ ਸਮੇਂ ਲਈ ਚੱਲਦਾ, ਇਹ ਅਣਮਿੱਥੇ ਸਮੇਂ ਲਈ ਚੱਲਦਾ। 20 ਨੂੰ ਅਸੀਂ ਮੀਟਿੰਗ ਕਰਨੀ। एक असी अल्टीमेटम दिता ही पंजाब गवर्नमेंट नूं, वो असी वापस ले लिया क्योंकि पंजाब गवर्नमेंट ने जिहड़ा बजट इजलास है और विधान सभा का इजलास है वो उन्हें सदन का फैसला कर लिया। इस करके असी वो आपकी प्राप्ति समझते हैं। असी समझते हैं किसान जथेबंदियों के दबाव का सदका उन्होंने इजलास सद्या। बाकी जिहड़ा फैसला वो गवर्नमेंट ने करना है। उन्होंने पहला 29 की मीटिंग च उन्होंने होया सीगा, उन्होंने यह कहा भी साढ़े वकील भी दिओ तुसीं भी, ते वो असीं वो जिहड़ा लियाउणा है उहदे बारे असीं प्रोग्राम बना। सतारह तरीक नूं असीं मोदी के खिलाफ जिहड़ा कल साडा डेलीगेशन गया सी उन्हां नाल उन्हां ने दुर्व्यवहार किया। असीं समझते हैं डेलीगेशन की बेइज्जती की है। इहदे खिलाफ 17 तरीक नूं सारे मार्च किए जाणगे ते मोदी के पुतले फूके जाणगे सारे पंजाब क्योंकि असीं बहुत थाईं बैठे हैं, रेलवे स्टेशनों पर बैठे हैं, असीं मॉलों के मूहरे बैठे हैं, उत्थों ही वो मार्च कढ़े जाणगे ते उन्हां दे 17 तरीक नूं असीं उन्हां दे पुतले फूकांगे। देखो जिहड़ा वो अटैक की गल है वो उन्हां दी जिहड़ी भाषा अपने भारतीय जनता पार्टी के लीडरां दी, वो ये गल किसानां नूं कहिंदे आ भी किसान आउणगे पैदल ते जाणगे स्ट्रैचरां ते, उस स्ट्रैचरां ते जाणगे। पर साडी जिहड़ी मूवमेंट है पुरअमन मूवमेंट है। बाकी उन्होंने ये कहा भी ये किसानां ने नहीं साडे ते कीता, भारतीय जनता पार्टी वाले भी कहिंदे आ पता नहीं किहड़ी शक्ति ने कीता साडे ते। उहदे ते कांग्रेस के एक लीडर ने भी कहा भी असीं कीता उहदे ते हमला।
ਇਹ ਸਾਨੂੰ ਨਹੀਂ ਪਤਾ ਉਹ ਕੀ ਨਹੀਂ ਕੀਤਾ ਕਿਹਨੇ ਨਹੀਂ ਕੀਤਾ। ਪਰ ਸਾਡੀ ਪਰ ਇਸ ਗੱਲ ਦੀ ਅਸੀਂ ਕਹਿੰਦੇ ਜਿਹੜੇ ਉਹਨਾਂ ਦੀ ਭਾਸ਼ਾ ਉਹ ਪ੍ਰਵੋਕ ਕਰਨ ਵਾਲੀ ਆ, ਕਿਸਾਨਾਂ ਨੂੰ ਉਧਰ ਨੂੰ ਵਧਾਉਣ ਵਾਲੀ ਆ। ਅਸੀਂ ਨਹੀਂ ਵਧ ਰਹੇ। ਉਹ ਇਹ ਗੱਲ ਕਹਿਣਾ ਵੀ ਇਹ ਆਉਣਗੇ ਤੁਰ ਕੇ ਜਾਣਗੇ ਸਟੇਚਰਾਂ ਤੇ, ਇਹ ਦੱਸੋ ਇਹ ਕੀ ਭਾਸ਼ਾ ਰੱਖਦੀ ਆ। ਉਹਨਾਂ ਦੇ ਕੇਸ ਦਰਜ ਹੋਣੇ ਚਾਹੀਦੇ ਆ। ਜਿਹੜੇ ਇਹੋ ਜਿਹੇ ਲੀਡਰ ਆ ਉਹਨਾਂ ਦੇ ਜਿਹੜੇ ਕੋਈ ਕੇਸ ਦਰਜ ਨਹੀਂ ਹੋਏ। ਅੱਜ ਦੀ ਮੀਟਿੰਗ 'ਚ ਕੋਈ ਗੈਰ ਕਿਸਾਨੀ ਬੰਦੇ ਵੀ ਸੀ ਜਿਨ੍ਹਾਂ ਨੂੰ ਬਾਹਰ ਕੀਤਾ ਗਿਆ, ਉਹ ਕੀ ਮੁੱਦਾ ਦੱਸ ਸਕਦੇ ਹੋ? ਕੋਈ ਮੁੱਦਾ ਨਹੀਂ ਸੀ। ਕੋਈ ਆਮ ਸਧਾਰਨ ਬੰਦਾ ਇੱਥੇ ਆ ਗਿਆ ਵੀ ਮੀਟਿੰਗ ਹੈ, ਉਹ ਅਸੀਂ ਉਹਨੂੰ ਕਿਹਾ ਵੀ ਇਹ ਸਿਰਫ ਸਾਡੀ ਜਥੇਬੰਦੀਆਂ ਦੀ ਮੀਟਿੰਗ ਹੈ, ਉਹੀ ਬੰਦੇ ਬਹਿਣਗੇ। ਪਿਛਲੇ ਦਿਨਾਂ ਦੇ ਵਿੱਚ ਵੀ ਉਹ ਤੁਹਾਡੀ ਮੀਟਿੰਗਾਂ 'ਚ ਦੇਖੀ ਗਈ ਹੈ, ਤੁਸੀਂ ਦਿੱਲੀ ਗਏ ਹੋ, ਦਿੱਲੀ ਵੀ ਤੁਹਾਡੇ ਨਾਲ ਮੀਟਿੰਗ 'ਚ ਸ਼ਾਮਲ ਸੀ, ਪਿਛਲੀਆਂ ਮੀਟਿੰਗਾਂ 'ਚ ਵੀ ਤੁਹਾਡੇ ਨਾਲ ਸ਼ਾਮਲ ਸੀ। ਦੇਖੋ ਇਹ ਅਸੀਂ ਉਹ ਪੜਤਾਲ ਕਰ ਲਈ ਹੈ, ਉਹਨੂੰ ਬੰਦੇ ਨੂੰ ਅਸੀਂ ਬਾਹਰ ਕੱਢਤਾ ਵੀ ਉਹ ਸਾਡੀ ਕਿਸੇ ਜਥੇਬੰਦੀ ਦਾ ਬੰਦਾ ਨਹੀਂ। ਉਗਰਾਹਾਂ ਨੇ ਕਹਿਤਾ ਸੀਗਾ ਵੀ ਅਸੀਂ ਰੇਲਵੇ ਲਾਈਨਾਂ ਤੇ ਨਹੀਂ ਬੈਠਾਂਗੇ, ਦੂਸਰੇ ਪਾਸੇ ਬੈਠਾਂਗੇ। ਕੀ ਹੁਣ ਉਹ ਤੁਹਾਡਾ ਸਮਰਥਨ ਕਰਨਗੇ? ਤੁਸੀਂ ਲਗਾਤਾਰ ਕਹਿ ਰਹੇ ਹੋ ਵੀ ਅਸੀਂ ਜਗ੍ਹਾ ਜਗ੍ਹਾ ਤੇ ਬੈਠਾਂਗੇ। ਦੇਖੋ ਉਹ ਸਾਡੇ ਐਸ ਤੀਆਂ ਦਾ ਪਾਰਟ ਨਹੀਂਗੇ। ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈ ਉਹ ਤੀਆਂ ਦਾ ਪਾਰਟ ਨਹੀਂ। ਉਹ ਸਾਡੇ ਨਾਲ ਤਾਲਮੇਲ ਮੇਂ ਐਕਸ਼ਨ ਕਰਦੇ ਆ। ਉਹ ਅਸੀਂ ਹੁਣ ਵੀ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਸਾਡੇ ਤਾਲਮੇਲ ਮੇਂ ਐਕਸ਼ਨ ਕਰੋ। ਉਹਨਾਂ ਨੇ ਕੀ ਵਾਪਸ ਲੈਣਾ ਹੈ, ਕੀ ਚਲਾਉਣਾ ਹੈ, ਇਹ ਉਹਨਾਂ ਦੀ ਜਥੇਬੰਦੀ ਦੀ ਜ਼ਿੰਮੇਵਾਰੀ। ਪ੍ਰਧਾਨ ਜੀ ਦਿੱਲੀ ਤੋਂ ਜਿਹੜੇ ਮਿਨਿਸਟਰ ਉਰੇ ਆ ਕੇ ਪ੍ਰਚਾਰ ਕਰ ਰਹੇ ਨੇ ਤੇ ਤੁਸੀਂ ਕੱਲ ਦਿੱਲੀ ਜਾਇਆ, ਕੀ ਹੁਣ ਦਿੱਲੀ ਅੰਦੋਲਨ ਲਈ ਵੀ ਜਾਣਾ, ਕੋਈ ਧਰਨਾ ਪ੍ਰਦਰਸ਼ਨ ਕਰਨ ਲਈ ਦਿੱਲੀ ਦੀ ਵੀ ਕੋਈ? ਦੇਖੋ ਅਸੀਂ ਗੱਲਬਾਤ ਲਈ ਨਹੀਂ ਹੁਣ ਦਿੱਲੀ ਜਾਵਾਂਗੇ, ਗੱਲਬਾਤ ਲਈ ਨਹੀਂ ਜਾਵਾਂਗੇ, ਅੰਦੋਲਨ ਵਾਸਤੇ ਤਾਂ ਜਾਵਾਂਗੇ ਹੀ ਜਾਵਾਂਗੇ। ਉਹ ਤਾਂ ਜਦੋਂ ਸਾਡੀ ਸਕੀਮ ਬਣੂਗੀ ਉਦੋਂ ਅਸੀਂ ਜਾਵਾਂਗੇ ਦਿੱਲੀ ਅੰਦੋਲਨ। ਸਰਕਾਰ ਲਗਾਤਾਰ ਹੀ ਕਹਿ ਰਹੀ ਆ ਕਿ ਅਸੀਂ ਸੈਸ਼ਨ ਬੁਲਾ ਲਿਆ, 19 ਤਰੀਕ ਨੂੰ ਪਾਸ ਵੀ ਕਰ ਦਿੱਤਾ ਜਾਊਗਾ, ਰੈਜ਼ੋਲੂਸ਼ਨ ਮੂਵ ਕਰ ਦਿੱਤਾ ਜਾਊਗਾ, ਲੇਕਿਨ ਜਿਹੜੇ ਉਹਦੇ ਸਾਈਨ ਹੋਣੇ ਨੇ, ਸਾਈਨ ਗਵਰਨਰ ਪੰਜਾਬ ਨੇ ਕਰਨੇ ਨੇ। ਜੇਕਰ ਨਾ ਕੀਤੇ ਤਾਂ ਫਿਰ ਕੀ ਐਕਸ਼ਨ ਪਲਾਨ ਹੈ? ਜਿਹੜਾ ਬੰਦਾ ਸਾਡੇ ਕਿਸਾਨਾਂ ਦੇ ਵਿਰੋਧ ਚ ਆਊਗਾ ਅਸੀਂ ਉਹਦੇ ਖਿਲਾਫ ਅੰਦੋਲਨ ਤੇਜ਼ ਕਰਾਂਗੇ, ਭਾਵੇਂ ਉਹ ਗਵਰਨਰ ਹੋਵੇ ਭਾਵੇਂ ਉਹ ਮੋਦੀ ਹੋਵੇ। ਚੰਡੀਗੜ੍ਹ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਅੰਦੋਲਨ ਕਰੋਗੇ? ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਅੰਦੋਲਨ ਕਰੋਗੇ ਤੁਸੀਂ? ਦੇਖੋ ਅਸੀਂ ਚੰਡੀਗੜ੍ਹ ਨੂੰ ਘੇਰਨ ਵੀ ਜਾ ਸਕਦੇ ਹਾਂ, ਅਸੀਂ ਉਹਦੇ ਬਾਹਰ ਚ ਵੀ ਜਾ ਸਕਦੇ ਹਾਂ ਗਵਰਨਰ ਦੇ। ਸਾਡੇ ਤੇ ਕੋਈ ਉਹਦਾ ਬੈਨ ਨਹੀਂ ਹੈ। ਦੋ ਚੀਜ਼ਾਂ ਨੇ, ਇੱਕ ਤਾਂ 19 ਤਾਰੀਖ ਨੂੰ ਇੱਕ ਬਿੱਲ ਪੇਸ਼ ਹੋ ਰਿਹਾ ਜਿਹੜਾ ਨਵਾਂ ਕਾਨੂੰਨ ਪੰਜਾਬ ਸਰਕਾਰ ਬਣਾ ਰਹੀ ਹੈ, ਉਹਦੇ ਤੇ ਅੱਜ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ। ਜਦੋਂ ਆਏਗਾ ਉਹਨੂੰ ਸਟੱਡੀ ਕਰਾਂਗੇ ਫਿਰ ਉਹਦੇ ਕਮੈਂਟ ਕਰਾਂਗੇ। ਇੱਕ ਗੱਲ। ਦੂਸਰੀ ਗੱਲ, ਜੇ ਉਹ ਕਿਸਾਨਾਂ ਦੇ ਹੱਕ 'ਚ ਹੋਊਗਾ, ਵਾਕਈ ਸਾਨੂੰ ਉਦੋਂ ਰਾਹਤ ਮਿਲਦੀ ਹੋਊ, ਜੇ ਗਵਰਨਰ ਉਹਦੇ ਰਸਤੇ 'ਚ ਰੋੜਾ ਬਣੂਗਾ ਤਾਂ ਸਾਡਾ ਅਧਿਕਾਰ ਹੈ, ਅਸੀਂ ਡੈਮੋਕ੍ਰੈਟਿਕ ਰਾਈਟ ਵਰਤਾਂਗੇ, ਅਸੀਂ ਗਵਰਨਰ ਦੇ ਖਿਲਾਫ ਵੀ ਐਜੀਟੇਸ਼ਨ ਕਰ ਸਕਦੇ। ਪਰ ਉਹ ਸਮਾਂ ਆਉਣ ਤੇ ਅੱਜ ਨਹੀਂ ਅਸੀਂ ਸਮਾਂ ਦੱਸੂਗਾ ਸਮਾਂ। ਰਾਜੇਵਾਲ ਸਾਹਿਬ, ਜਿੱਦਾਂ ਤੁਸੀਂ ਬੀਜੇਪੀ ਲੀਡਰਾਂ ਦਾ ਕਰੋਗੇ ਆ ਕੇ, ਅਸ਼ਵਨੀ ਸ਼ਰਮਾ ਜਿਵੇਂ ਹੋਇਆ ਸੀ ਆ ਕੇ, ਉਹਨਾਂ ਦਾ ਇੱਕ ਮੰਨਣਾ ਹੈ ਕਿ ਉਹ ਐਜੀਟੇਸ਼ਨ ਦੀ ਆੜ ਦੇ ਵਿੱਚ ਸਾਡੇ ਬੀਜੇਪੀ ਦੇ ਲੀਡਰਾਂ ਤੇ ਵਰਕਰਾਂ ਤੇ ਉਹ ਅਟੈਕ ਕਰਦੇ ਨੇ, ਜਾਂ ਘਰਾਵ ਕਰਨਾ ਵੀ ਇੱਕ ਜੁਰਮ ਹੈ ਔਰ ਗੁਨਾਹ ਹੈਗਾ। ਸਾਡਾ ਕੋਈ ਮੈਂਟੈਲਿਟੀ ਹੁੰਦੀ ਹੈ, ਉਹ ਤੁਸੀਂ ਉਹਨੂੰ ਕਿਵੇਂ ਕਰੋਗੇ? ਸ਼ਾਂਤੀਪੂਰਨ ਤਰੀਕੇ ਨਾਲ ਕਰੋਗੇ, ਲੇਕਿਨ ਉਹਨਾਂ ਦਾ ਕਹਿਣਾ ਇਹ ਕਿ ਸਾਡੇ ਨਾਲ ਧੱਕਾਸ਼ਾਹੀ ਕਰ ਰਹੇ ਨੇ, ਸਾਡੇ ਨਾਲ ਧੱਕਾਪਾਈ ਤੱਕ ਹੁੰਦੇ ਨੇ, ਹੁਣ ਗਿਆ ਕਿ ਜੋ ਆਪਾਂ ਬਾਰ ਮਹਿਸੂਸ ਕਰੇ ਆਪਣਾ ਕੀ ਉਹ ਸਰਾਸਰ ਗਲਤ ਕਹਿੰਦੇ ਨੇ। ਉਹ ਸਾਡੇ ਵਰਕਰਾਂ ਨੂੰ ਪ੍ਰਵੋਕ ਕਰਦੇ ਨੇ। ਸਾਡਾ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਸਾਡੇ ਵਰਕਰ ਜਿਹੜੇ ਨੇ ਹਮੇਸ਼ਾ ਪੀਸਫੁਲ ਰਹਿਣ। ਅਸੀਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਵਾਇਲੈਂਟ ਮੂਵਮੈਂਟ ਕਦੇ ਕਾਮਯਾਬ ਨਹੀਂ ਹੁੰਦੀ। ਏਡੀ ਵੱਡੀ ਮੂਵਮੈਂਟ ਚਲਾ ਕੇ ਜਿਹੜਾ ਕੋਈ ਵਾਇਲੈਂਟ ਕਰੇਗਾ ਅਸੀਂ ਆਪਣੇ ਵਰਕਰਾਂ ਨੂੰ ਵੀ ਨਹੀਂ ਬਖਸ਼ਾਂਗੇ। ਇਸ ਕਰਕੇ ਸਾਡਾ ਵਾਇਲੈਂਟ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿੱਥੇ ਤੱਕ ਬੀਜੇਪੀ ਦੇ ਐਲੀਗੇਸ਼ਨਸ ਨੇ ਉਹਨਾਂ ਨੂੰ ਅਸੀਂ ਕਦੋਂ ਚੰਗੇ ਲੱਗਦੇ ਹਾਂ ਜੀ, ਉਹ ਤਾਂ ਸਾਡੇ ਕੁਝ ਵੀ ਕਹਿ ਦੇਣਗੇ। ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨਾਂ ਦੇ ਐਲੀਗੇਸ਼ਨ ਸਹੀ ਨੇ। ਰਾਜਾ ਸਾਹਿਬ, ਬਿਹਾਰ ਦੀਆਂ ਚੋਣਾਂ ਸਿੱਟੇ ਨੇ, ਉਹ ਚੋਣਾਂ ਦੇ ਬਾਈਕਾਟ ਦਾ ਕਿਸਾਨਾਂ ਨੂੰ ਸੱਦਾ ਦਿਓਗੇ ਕਿ ਬੀਜੇਪੀ ਨੂੰ ਵੋਟਾਂ ਨਾ ਪਾਓ? ਹਾਲੇ ਕੁਝ ਡਿਸਾਈਡ ਨਹੀਂ ਕੀਤਾ। ਕਰੋਗੇ? ਇਹ 20 ਤਾਰੀਖ ਰਾਜਾ ਸਾਹਿਬ, ਲਾਅ ਐਂਡ ਆਰਡਰ ਨੂੰ ਲੈ ਕੇ ਤੁਸੀਂ ਮੰਨਦੇ ਹੋ? ਗਰੁੱਪ ਬਾਰੇ ਕੋਈ ਫੈਸਲਾ ਕੀਤਾ?
ਉਹਨਾਂ ਦਾ ਇਹ ਕਿ ਉਹਨਾਂ ਨੂੰ ਬੁਲਾਇਆ, ਪਰ ਨਾਲ ਇਹ ਕਿਹਾ ਵੀ ਹਰਿੰਦਰ ਸਿੰਘ ਲੱਖੋਵਾਲ ਨਹੀਂ ਇੱਥੇ ਆ ਕੇ ਬੈਠੂਗਾ। ਬਾਕੀ ਜਥੇਬੰਦੀ ਪਾਰਟਿਸਪੇਟ ਮੀਟਿੰਗਾਂ 'ਚ ਕਰੂਗਾ ਕਿ ਨਾਲ ਇਹ ਕਹਿਤਾ ਵੀ ਹਰਿੰਦਰ ਸਿੰਘ ਲੱਖੋਵਾਲ ਨੂੰ ਨਹੀਂ ਅਲਾਉ ਕੀਤਾ ਜਾਊਗਾ। ਰਾਜਿਆਰ ਸਾਹਿਬ, ਜਿਸ ਤਰ੍ਹਾਂ ਲਗਾਤਾਰ ਹੀ ਰਿਪੋਰਟਸ ਵੀ ਆ ਰਹੀਆਂ ਨੇ, ਇੰਟੈਲੀਜੈਂਸ ਇਨਪੁਟਸ ਵੀ ਹੈਗੇ ਨੇ ਕਿ ਜਿਹੜੀਆਂ ਕੁਝ ਏਜੰਸੀਆਂ ਪੰਜਾਬ ਦੇ ਵਿੱਚ ਗੜਬੜ ਕਰਵਾਉਣਾ ਚਾਹੁੰਦੀਆਂ ਨੇ, ਇਹਦਾ ਨਹੀਂ ਹੋਊਗਾ ਕਿ ਮੋਢੇ ਤੇ ਰੱਖ ਕੇ ਚਲਾ ਦਿੱਤੀ ਜਾਊਗੀ। ਇਹ ਡਿਨਾਈ ਨਹੀਂ ਕੀਤਾ ਜਾ ਸਕਦਾ। ਬੀਜੇਪੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਚੌਕਸ ਨਹੀਂ। ਅਸੀਂ ਵੀ ਚੌਕਸ ਹਾਂ। ਅਸੀਂ ਆਪਣੇ ਸਾਰੇ ਕੇਡਰ ਨੂੰ ਰੋਜ਼ ਬਰੀਫ ਕਰਦੇ ਹਾਂ ਕਿ ਕਿਹੜੀਆਂ ਫੋਰਸਿਸ ਨੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਬੰਦਾ ਇੱਥੋਂ ਅਸੀਂ ਸਵੇਰੇ ਪਹਿਲਾਂ ਰੌਲਾ ਹੀ ਇਹ ਪਿਆ ਵੀ ਉਹ ਬੰਦਾ ਕਿੱਥੋਂ ਆਇਆ, ਕਿਵੇਂ ਆ ਗਿਆ ਸਾਡੇ ਵਿੱਚ, ਉੱਥੇ ਗਿਆ ਕਿਵੇਂ। ਬਹੁਤ ਸਖਤ ਇਹਦੇ ਤੇ ਮਤਲਬ ਚਰਚਾ ਕੀਤੀ ਗਈ। ਉਹਦੇ ਬਾਅਦ ਉਹ ਇੱਥੋਂ ਚਲਾ ਗਿਆ। ਤੁਸੀਂ ਇਹ ਮੰਨਦੇ ਹੋ ਵੀ ਬੰਦਾ ਆਇਡੈਂਟੀਫਾਈ ਕੀਤਾ ਸੀ, ਕੀ ਨਾਮ ਉਹਨਾਂ ਦਾ? ਸਭ ਪਤਾ ਲੱਗ ਗਿਆ। ਬਹੁਤ ਏਜੰਸੀਆਂ ਨੇ ਭੇਜ ਦਿੰਦੇ। ਰਾਜਿਆਰ ਸਾਹਿਬ, ਤੁਸੀਂ ਮੰਨਦੇ ਹੋ ਵੀ ਏਜੰਸੀਆਂ ਪੰਜਾਬ ਦੇ ਵਿੱਚ ਇਹਨੂੰ ਅੰਦੋਲਨ ਨੂੰ ਤਾਰ-ਪੀੜੋ ਕਰਵਾਉਣ ਵਾਸਤੇ ਕੋਈ ਨਾ ਕੋਈ ਗੜਬੜ ਕਰਵਾ ਸਕਦੀਆਂ ਨੇ? ਜਦੋਂ ਸਰਕਾਰ ਦੇ ਪੈਰਾਂ ਹੇਠ ਅੱਗ ਮੱਚਦੀ ਹੋਵੇ, ਕੁਝ ਵੀ ਕਰ ਸਕਦੇ ਨੇ। ਵੈਰੀਫਾਈ ਕੀਤਾ ਕੌਣ ਲੈ ਕੇ ਗਿਆ ਸੀ ਅਸੀਂ ਸਾਰਾ ਸਟੱਡੀ ਕਰ ਲਿਆ। ਰਾਜੇਵਾਲ ਸਾਹਿਬ ਨੂੰ ਪਤਾ ਨਾ ਬੀਜੇਪੀ ਦੇ ਲੀਡਰ ਵੱਲੋਂ ਜਿਹੜੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਸੀ, ਉਹਨਾਂ ਦੇ ਵਿੱਚ ਖਾਸ ਤੌਰ ਸਭ ਜਿਹੜਾ ਸੀ, ਕਿਉਂਕਿ ਬੀਜੇਪੀ ਦੇ ਕੋਲੋਂ ਇੱਕ ਸੀਨੀਅਰ ਲੀਡਰ ਵੱਲੋਂ ਜਾਰੀ ਕੀਤੇ ਤੇ ਉਹਦੇ ਵਿੱਚ ਵੀ ਉਹ ਨਜ਼ਰ ਆਇਆ ਗਿਆ ਕਿ ਬਾਰ-ਬਾਰ ਸਾਨੂੰ ਮੇਰੇ ਪੁੱਛ ਰਹੇ ਹੁੰਦਾ ਕੌਣ ਸੀ ਕਿਉਂਕਿ ਇਹਨੇ ਵੱਡੇ ਮੀਡੀਆ ਖਾਸਾ ਕਰ ਦੇਣਾ ਚਾਹੀਦਾ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨਾ ਅਲਰਟ ਹੋ ਤਾਂ ਕਿ ਛਪੇਗਾ ਤੇ ਉਹਦੇ ਬਾਰੇ ਕੱਲ ਨੂੰ ਹੋਣੀ ਹੁੰਦੀ ਹੈ। ਕੱਲ ਨੂੰ ਤਾਰ-ਪੀੜੋ ਨਾ ਹੋ ਜਵੇ। ਕਰ ਦੇਣਾ ਚਾਹੀਦਾ ਕਿ ਕਿਉਂਕਿ ਜ਼ਰੂਰੀ ਹੈ, ਕਿਉਂਕਿ ਸਾਰਾ ਮੀਡੀਆ ਖੜਾ ਚੱਲੇਗਾ। ਨਹੀਂ, ਅਸੀਂ ਇੰਨੇ ਭੋਲੇ ਆ। ਇੱਥੋਂ ਬੰਦਾ ਸਵੇਰੇ ਚਲਾ ਗਿਆ, ਕੱਢ ਦਿੱਤਾ ਬਾਹਰ ਮੁੜ ਕੇ। ਜਿਸ ਤਰ੍ਹਾਂ ਉਹ ਕਿਹਾ, ਕਿਸੇ ਦੀ ਜ਼ਰੂਰਤ ਨਹੀਂ ਪੈਗੀ। ਜਿੰਨਾ ਯੂਨਾਈਟਿਡਲੀ ਸਾਰੇ ਨੇ ਉਹਨੂੰ ਹੈਗਾ ਨਾ ਪੂਰਿਆ, ਸਾਨੂੰ ਅਗਲੇ ਨੂੰ ਪਤਾ ਲੱਗ ਗਿਆ ਵੀ ਕਿੱਦਾਂ ਘੋਖਦੇ ਨੇ। ਅੱਜ ਸਾਡੀ ਇਹ ਘੋਖ ਜਿਹੜੀ ਸੀ ਨਾ, ਇੱਕ ਤੋਂ ਦੂਜਾ ਸਖਤ ਤੇ ਬੋਲ ਰਿਹਾ ਸੀ, ਇਹ ਗਾਂ ਨੂੰ ਕਿਸੇ ਦੀ ਹਿੰਮਤ ਨਹੀਂ ਪੈਣੀ ਸਾਡੇ ਵਿੱਚ ਕੁਝ ਹੋਣੀ। ਰਾਜਵਰ ਸਾਹਿਬ, ਕੇਂਦਰੀ ਮੰਤਰੀ ਇੱਥੇ ਆ ਕੇ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਦੋ ਸਵਾਲ ਆ ਰਹੇ ਨੇ। ਅਡਾਨੀ ਅੰਬਾਨੀ ਦਾ ਜਿਹੜਾ ਆਪ ਵੱਡਾ ਮੁੱਦਾ ਹੈ, ਅਡਾਨੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਇੱਕ ਮਿੰਟ, ਤੁਹਾਡੀ ਆਵਾਜ਼ ਨਹੀਂ, ਪਲੀਜ਼ ਉਧਰਲੇ ਪਾਸੇ ਹੋ ਜਾਓ, ਮਾਈਕ ਉਧਰ ਡਾਕਟਰ ਸਾਹਿਬ ਨੇ ਪਿੱਛੇ ਦੀ ਕਰ ਰਹੇ ਬੈਠੋ, ਮੈਂ ਬੋਲੂੰਗਾ। ਮੈਂ ਵਿਚਾਲੇ ਉਹਨਾਂ ਦੇ ਦੋਹਾਂ ਦੇ ਵਿਚਾਲੇ ਇੱਧਰ ਨੂੰ ਮੈਂ ਇੱਧਰ ਬਹਿ ਜਾਂਦਾ ਨਾ। ਮੈਂ ਕਿਹਾ ਨਹੀਂ, ਉਹ ਵੇਖਿਆ ਇੱਥੋਂ ਹੀ ਬੋਲਾਂਗੇ ਜਿਹੜਾ ਕੁਝ ਉਹਨਾਂ ਦਾ ਲੱਗੋ। ਬੈਠੋ ਡਾਕਟਰ ਸਾਹਿਬ। ਮੈਂ ਚਲੋ ਮੈਂ ਹੌਲੀ ਦੇ ਕੇ ਬਹਿ ਜਾਣਾ ਜੀ, ਦੋਹਾਂ ਦੇ ਸ਼ੇਅਰ ਕਰ ਲੈਣਾ। ਬੈਠੋ ਠੀਕ ਹੈ। ਹਾਂ ਜੀ, ਹੁਣ ਚੱਲੂ ਕੰਮ। ਹਾਂ, ਹੁਣ ਪਲੀਜ਼ ਵਨ ਬਾਈ ਵਨ ਪਲੀਜ਼। ਇੱਕ ਤਾਂ ਇਹ ਹੈਗਾ, ਦੋ ਸਵਾਲ ਮੇਰੇ ਜਾ ਕੇ। ਇੱਕ ਤਾਂ ਇਹ ਹੈ ਕਿ ਬਾਰ-ਬਾਰ ਕੁਝ ਕਲੀਅਰ ਹੋ ਜਾਏ ਕਿ ਜਿਹੜਾ 20 ਨੂੰ ਮੀਟਿੰਗ ਹੈਗੀ ਹੈ, ਉਹਦੇ ਵਿੱਚ ਰੇਲ ਰੋਕੋ ਦੇ ਬਾਰੇ ਦੁਬਾਰਾ ਫਿਰ ਵਿਚਾਰ ਕੀਤਾ ਜਾਏਗਾ। ਮਤਲਬ ਕਿ ਉਸ ਅੰਦੋਲਨ ਨੂੰ ਸਾਰੀ ਵਾਰੀ ਕੀਤਾ ਜਾ ਸਕਦਾ ਹੈ, ਮਤਲਬ ਕਿ ਵਿਚਾਰ ਕੀਤਾ ਜਾਏਗਾ। ਇਹ ਅੰਦੋਲਨ ਸਾਨੂੰ ਅੱਛੀ ਤਰ੍ਹਾਂ ਪਤਾ, ਸਾਰੇ ਬੜੇ ਕਲੀਅਰ ਆ। ਇਹ ਲੰਬਾ ਚੱਲਣਾ ਹੈ, ਛੇਤੀ ਖਤਮ ਹੋਣ ਵਾਲਾ ਨਹੀਂ। ਇਸ ਕਰਕੇ 20 ਨੂੰ ਅਗਲਾ ਜਿਹੜਾ ਜੋ ਪ੍ਰੋਗਰਾਮ ਹੈ ਜੀ, that is part of the agitation। ਜਿਸ ਤਰ੍ਹਾਂ ਬੀਜੇਪੀ ਨੇ ਕਿਹਾ ਸੀਗਾ ਚਾਈਨਾ ਦੇ ਵਿੱਚ ਜੋ ਸਮਾਨ ਬਣਦਾ ਇੱਥੇ ਆ ਕੇ ਬਹੁਤ ਉਹਨਾਂ ਕੀਤਾ ਨਹੀਂ ਹੈ, ਤੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਜਿਹੜੇ ਲੋਕਾਂ ਨੂੰ ਅਪੀਲ ਕਰੋਗੇ, ਦੱਸੋਗੇ ਵੀ ਜਿਹੜਾ ਅਡਾਨੀ ਅੰਬਾਨੀ ਦੇ ਗਰੁੱਪ ਦਾ ਪ੍ਰੋਡਕਟ ਬਣਾਉਂਦੇ ਹੋ ਕਿ ਪ੍ਰੋਟੈਸਟ ਕਰੇ ਤੇ ਉਹ ਨਾ ਲੈਣ, ਤਾਂ ਕਰਕੇ ਬਾਈਕਾਟ ਕੀਤਾ ਜਾਵੇ ਆਪਣਾ ਕਿਤੇ ਦਾ ਤੁਸੀਂ ਕੁਝ ਹੈ ਕੋਈ ਰਣਨੀਤੀ ਬਣਾਈ ਤਾਂ? ਇਹ ਅਸੀਂ ਜਦੋਂ ਵਿਚਾਰਾਂਗੇ ਅਸੀਂ ਤੁਹਾਨੂੰ ਦੱਸ ਦਿਆਂਗੇ। ਰਾਜਵਰ ਸਾਹਿਬ, ਦੋ ਸਵਾਲ ਨੇ ਮੇਰੇ। ਇੱਕ ਤਾਂ ਦਿੱਲੀ ਤੁਹਾਡੀ ਗੱਲ ਨਹੀਂ ਸੁਣੇਗੀ, ਪਰ ਇੱਥੇ ਕੇਂਦਰ ਦੇ ਮੰਤਰੀ ਆ ਕੇ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਕੀ ਤੁਸੀਂ ਉਹਨਾਂ ਨੂੰ ਰੋਕਣ ਲਈ ਕੋਈ ਰਣਨੀਤੀ ਬਣਾਈ? ਦੂਜਾ ਸਵਾਲ ਮੇਰਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਬਿਆਸ ਤੇ ਭਾਖੜਾ ਦੇ ਵਿੱਚੋਂ ਆਪਣੀ ਜਿਹੜੀ ਬਿਜਲੀ ਦੂਜੇ ਸੂਬਿਆਂ ਨੂੰ ਜਾ ਰਹੀ ਹੈ, ਜੇ ਤਾਂ 3 ਸੂਬਿਆਂ ਦੀ ਬਿਜਲੀ ਰੋਕੀ ਜਾਵੇ, ਜਿਵੇਂ ਕਹਿ ਰਹੇ ਸੀ ਕੋਲਾ ਘਟ ਜਾਊਗਾ ਤੇ ਇੱਥੇ ਹਨੇਰਾ ਛਾ ਜਾਊਗਾ, ਪੰਜਾਬ ਦੇ ਵਿੱਚ ਹਨੇਰਾ ਕਿਉਂ ਛਾਵੇ, ਦੂਜੇ ਸੂਬਿਆਂ 'ਚ ਕਿਉਂ ਨਾ ਛਾਵੇ? ਇਸ ਬਾਰੇ ਤੁਸੀਂ ਕੀ ਸਰਕਾਰ ਅੱਗੇ ਮੰਗ ਰੱਖਦੇ ਹੋ ਕਿ ਕੇਂਦਰ ਦੁਆਰਾ? ਇਹ ਘੱਟੋ ਘੱਟ ਜਿਹੜੇ ਐਨਲਾਈਟਨਡ ਪੱਤਰਕਾਰ ਨੇ ਉਹਨਾਂ ਕੋਲੋਂ ਇਸ ਸਵਾਲ ਦੀ ਉਮੀਦ ਨਹੀਂ, ਕਿਉਂਕਿ ਅਸੀਂ ਨੈਸ਼ਨਲ ਗ੍ਰਿਡ ਤੇ ਹਾਂ। ਜੇ ਸਾਡਾ ਸਾਰਾ ਜਿਹੜਾ ਜਨਰੇਸ਼ਨ ਦਾ ਸਿਸਟਮ ਕੋਲੈਪਸ ਕਰ ਜੇ, ਥਰਮਲ ਪਲਾਂਟ ਵੀ ਕੋਲੈਪਸ ਕਰ ਜਾਣ, ਵੀ ਆਰ ਔਨ ਦਾ ਨੈਸ਼ਨਲ ਗ੍ਰਿਡ, ਇੱਥੇ ਬਿਜਲੀ ਸਪਲਾਈ ਬੰਦ ਨਹੀਂ ਹੋ ਸਕਦੀ। ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਕੀ ਉਹਨਾਂ ਨੂੰ ਰੋਕਣ ਲਈ? ਹਾਂ, ਇਹ ਪਹਿਲਾਂ ਪ੍ਰਧਾਨ ਸਾਹਿਬ ਦੱਸ ਚੁੱਕੇ ਨੇ ਵੀ ਜਦੋਂ ਜਿਹੜੇ ਮੰਤਰੀਆਂ ਦੀ ਡਿਊਟੀ ਲੱਗੀ ਹੈ ਇੱਥੇ ਵਰਚੁਅਲ ਮੀਟਿੰਗਸ ਕਰਨ ਦੀ,
ਉਹ ਜਦੋਂ ਕਰਨਗੇ, ਅਸੀਂ ਜਿੱਥੇ ਉਹ ਕਰਨਗੇ ਉੱਥੇ ਬਾਹਰ ਜਾ ਕੇ ਅਸੀਂ ਡੈਮੋਨਸਟ੍ਰੇਸ਼ਨ ਕਰਾਂਗੇ, ਵਿਰੋਧ ਕਰਾਂਗੇ। ਮੋਗਾ ਔਰ ਲੁਧਿਆਣਾ ਦੇ ਵਿੱਚ ਹੁਣ ਰੋਕਾਂਗੇ ਕਿ ਕੱਲ ਤੋਂ ਉਸ ਰੈਲੀ ਦਾ ਵਿਰੋਧ ਹੋਏਗਾ। ਅੱਜ ਫੈਸਲਾ ਹੋ ਗਿਆ, ਹੋਏਗਾ, ਕੱਲ ਤੇ ਹੋਏਗਾ। ਕੱਲ ਤੋਂ ਕਿਸੇ ਵੀ ਜਗ੍ਹਾ ਜਿੱਥੇ ਵੀ ਕੋਈ ਮੰਤਰੀ ਵਰਚੁਅਲ ਮੀਟਿੰਗ ਕਰੇਗਾ, ਉਹਨਾਂ ਦੇ ਹੱਕ ਵਿੱਚ ਜਿਹੜੇ ਐਕਟ ਨਵੇਂ ਬਣੇ ਹੈ, ਹਰ ਜਗ੍ਹਾ ਵਿਰੋਧ ਕੀਤਾ ਜਾਏਗਾ। ਕੇਂਦਰ ਦੇ ਮੰਤਰੀ ਨੇ ਪ੍ਰਕਾਸ਼ ਜਾਵੜੇਕਰ, ਉਹਨਾਂ ਦਾ ਬਿਆਨ ਆਇਆ ਕੱਲ ਦੀ ਮੀਟਿੰਗ ਤੋਂ ਬਾਅਦ ਕਿ ਕ੍ਰਿਸ਼ੀ ਮੰਤਰੀ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਨਰਿੰਦਰ ਸਿੰਘ ਤੋਮਰ ਨੂੰ, ਨਹੀਂ ਤਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਸੀ। ਹੁਣ ਉਹ ਇਸ ਤੋਂ ਜ਼ਰੂਰੀ ਕੰਮ ਕੋਈ ਹੋ ਸਕਦਾ? ਉਹ ਐਕਸਕਿਊਜ਼ ਭਾਲਦੇ ਨੇ। ਇਦੋਂ ਸਾਰੇ ਦੇਸ਼ ਵਿੱਚ ਐਜੀਟੇਸ਼ਨ ਫੈਲ ਰਹੀ ਹੈ ਤੇ ਉਹਨਾਂ ਕੋਲ ਟਾਈਮ ਨਹੀਂ, ਉਹ ਜ਼ਰੂਰੀ ਕੰਮ ਚਲੇ ਗਏ ਤੇ ਫਿਰ ਇਹਦਾ ਮਤਲਬ ਮੰਤਰੀ ਨਾਲਾਇਕ ਹੈ। ਮਤਲਬ ਕਿ ਪੰਜਾਬ ਦੇ ਕਿਸਾਨਾਂ ਨੂੰ ਹਲੇ ਵੀ ਤੁੱਛ ਸਮਝਦੇ ਨੇ। ਹਾਂਜੀ, ਮਤਲਬ ਕਿ ਪੰਜਾਬ ਦੇ ਤੁੱਛ ਸਮਝਦੇ ਹਲੇ ਵੀ ਤੁੱਛ ਸਮਝਦੇ ਨੇ ਕਿ ਸਾਰੇ ਭਾਰਤੀਆਂ ਦੇਣੀਆਂ ਹੁੰਦੀਆਂ ਅਸੀਂ ਮੂਹਰੇ ਆ। ਕਿਸਾਨੀ ਦੀ ਕਿੰਨੀ ਕਦਰ ਕਰਦੇ ਨੇ ਸਾਰੇ ਦੇਸ਼ ਵਿੱਚ, ਸਾਰੇ ਲੋਕਾਂ ਨੂੰ ਪਤਾ ਹੈ। ਕਿਸਾਨੀ ਜਿਹੜੇ ਕਿਸਾਨ ਨੇ ਸਰਕਾਰਾਂ ਦੀ ਨਿਗਾਹ ਤੇ ਦੇ ਆਰ ਸੈਕੰਡ ਰੇਟ ਸਿਟੀਜ਼ਨਸ। ਇਹ ਤਾਂ ਗਲ ਤੋਂ ਉੱਤੇ ਅੰਨਦਾਤਾ ਕਹਿੰਦੇ ਨੇ। और जो स्टेट्स हैं जैसे हरियाणा है और नेबरिंग स्टेट्स है, वेस्टर्न यूपी है, तो वहाँ की जो ऑर्गेनाइजेशंस हैं, किसी और संगठनों से आपकी बातचीत हुई है, कोई कोऑर्डिनेशन है? ਕਿਉਂਕਿ ਪੰਜਾਬ ਤੋਂ ਬਾਹਰ ਕਿਉਂ ਨਹੀਂ ਫੈਲਦਾ ਹੈਗਾ ਇਹ? ਨਹੀਂ, ਇਹ ਫਿਰ ਇਸ ਤਰ੍ਹਾਂ ਵੀ ਇੱਕ ਕਮਿਊਨੀਕੇਸ਼ਨ ਗੈਪ ਹੈ। ਅਦਰਵਾਈਜ਼ ਇਹ ਤੁਸੀਂ ਕਹਿ ਨਹੀਂ ਸੀ ਸਕਦੇ ਵੀ ਬਾਹਰ ਕਿਉਂ ਨਹੀਂ ਚੱਲਦਾ। ਜਿੱਦਣ 25 ਨੂੰ ਅਸੀਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਸਾਡੀ ਸਪੋਰਟ ਤੇ ਦੇਸ਼ ਦੇ ਵਿੱਚ ਕੋਈ 16-17 ਸਟੇਟਸ ਦੇ ਵਿੱਚ ਬੰਦ ਹੋਇਆ, ਈਵਨ ਬਿਹਾਰ ਦੇ 17 ਜ਼ਿਲ੍ਹਿਆਂ 'ਚ ਬੰਦ ਹੋਇਆ। ਤਾਂ ਇਹ ਅੰਦੋਲਨ ਫੈਲ ਰਿਹਾ ਸੀ। ਬਹੁਤ ਛੇਤੀ ਇੱਕ ਤਾਂ ਅਸੀਂ ਮੀਟਿੰਗ ਬੁਲਾ ਰਹੇ ਹਾਂ ਨੈਸ਼ਨਲ ਲੈਵਲ ਦੀ, ਇੱਥੇ ਬੁਲਾਈਏ ਜਾਂ ਦਿੱਲੀ ਬੁਲਾਈਏ ਵਿਦਿਨ ਅਕਤੂਬਰ, ਤਾਂ ਕਿ ਇਹਨੂੰ ਸਾਰੇ ਦੇਸ਼ ਵਿੱਚ ਫੈਲਾ ਕੇ ਐਜੀਟੇਸ਼ਨ ਨੂੰ ਫਿਰ ਦਿੱਲੀ ਨੂੰ ਘੇਰਾ ਪਾਈਏ। ਉਹ ਵਿਚਾਰ ਸਾਡੇ ਵਿਚਾਰ ਅਧੀਨ ਹੈ। 5/11 ਦਾ ਸੱਦਾ ਜੀ। ਵਿਦਿਨ ਅਕਤੂਬਰ ਮੀਟਿੰਗ ਕਰ ਰਹੇ ਹਾਂ ਸਾਰੇ ਜਥੇਬੰਦੀਆਂ ਨਾਲ। ਪ੍ਰਧਾਨ ਜੀ, ਤੁਹਾਨੂੰ ਲੱਗ ਰਿਹਾ ਵੀ ਦਿੱਲੀ ਦੇ ਵਿੱਚ ਕੱਲ ਤੁਹਾਨੂੰ ਨਾਅਰੇਬਾਜ਼ੀ ਤਾਂ ਪੁਲਿਸ ਨੇ ਕਰਨ ਨਹੀਂ ਦਿੱਤੀ, ਮੀਟਿੰਗ ਕਿਵੇਂ ਕਰਨ ਦੇ ਦੇਣਗੇ? ਇਹ ਨਾਅਰੇ ਵੀ ਲੱਗੇ ਨੇ, ਉੱਤੇ ਧਰਨਾ ਵੀ ਦਿੱਤਾ ਹੈ। ਨਹੀਂ, ਮੀਟਿੰਗਾਂ ਆਲ ਇੰਡੀਆ ਦੀਆਂ ਹਮੇਸ਼ਾ ਦਿੱਲੀ 'ਚ ਦਿੱਲੀ ਹੁੰਦੀਆਂ 'ਚ ਹੁੰਦੀਆਂ ਨੇ ਹਮੇਸ਼ਾ। ਇਹ ਥੋੜਾ ਮੀਟਿੰਗਾਂ ਨਹੀਂ ਹੁੰਦੀਆਂ ਉੱਥੇ। ਕੱਲ ਕ੍ਰਿਸ਼ੀ ਭਵਨ ਦੇ ਅੱਗੇ ਅਸੀਂ ਨਾਅਰੇ ਲਾਏ ਨੇ ਤਾਂ ਉਹਨਾਂ ਨੇ ਰੋਕਿਆ ਸਾਨੂੰ। ਨਹੀਂ, ਮੀਟਿੰਗ ਇਹਦੇ ਕਰਕੇ ਦਰਮਿਆਨ ਪਾਬੰਦੀ ਲੋਕ ਨਹੀਂ। ਨਾਅਰੇ ਲਾਉਂਦੇ ਨੇ, ਇਹ ਥੋੜਾ ਦਿੱਲੀ 'ਚ ਮੀਟਿੰਗ ਨਹੀਂ ਕਰਨੀ। ਨਾਲ ਹੀ ਬੱਸ ਦੇ ਵਿੱਚ ਵੀ ਚੜਾਦਾ ਵੀ ਤੁਸੀਂ ਆਪਣਾ ਜਾਓ, ਵੀ ਉਰੇ ਮਾਹੌਲ ਖਰਾਬ ਨਾ ਕਰੋ। ਕਿਉਂਕਿ ਉੱਥੇ ਧਰਨਾ ਲਾਉਣ ਨਹੀਂ ਸੀ ਗਏ, ਅਸੀਂ ਹੋਰ ਕੰਮ ਗਏ ਸੀ। अच्छा प्रधान जी, किसी पॉलिटिकल पार्टी ने भी आपको समर्थन का ऐलान किया है। आज अकाली दल ने कृषि भवन पर दिल्ली में प्रोटेस्ट किया है, तो आपको भी कोई मैसेज आए कि हम आपके साथ हैं? ਅਕਾਲੀ ਦਲ ਨੇ 3 ਮੈਂਬਰੀ ਕਮੇਟੀ ਬਣਾਈ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ, ਤੁਹਾਡੇ ਨਾਲ ਅਕਾਲੀਆਂ ਨੇ ਗੱਲ ਕੀਤੀ ਹੈ ਕੋਈ? ਨਹੀਂ, ਹਾਲੇ ਕੋਈ ਗੱਲ ਨਹੀਂ ਕੀਤੀ। ਜਦੋਂ ਕਰਨਗੇ ਉਦੋਂ ਤੁਹਾਨੂੰ ਦੱਸ ਦਿਆਂਗੇ। ਪਰ ਇੱਕ ਗੱਲ ਬੜੀ ਸਪਸ਼ਟ ਹੈ, ਤੁਹਾਨੂੰ ਦੱਸੀਏ ਵੀ ਇਸ ਅੰਦੋਲਨ ਨੇ ਬਹੁਤ ਸਮੀਕਰਨ ਬਦਲੇ ਨੇ। ਇਸ ਅੰਦੋਲਨ ਦੀ ਵਜ੍ਹਾ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਵਕਤ ਪਿਆ ਹੈ। ਇਸ ਅੰਦੋਲਨ ਦੀ ਵਜ੍ਹਾ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ, ਅਕਾਲੀ ਦਲ ਨੂੰ ਐਨਡੀਏ ਤੋਂ ਬਾਹਰ ਆਉਣਾ ਪਿਆ। ਇਹ ਅੰਦੋਲਨ ਦੇਸ਼ ਦੇ ਵਿੱਚ ਬਹੁਤ ਜਗ੍ਹਾ ਤੇ ਆਪਣਾ ਪ੍ਰਭਾਵ ਛੱਡੇਗਾ ਔਰ ਬਹੁਤ ਕੁਝ ਅਦਲਾ ਬਦਲੀਆਂ ਹੋਣਗੀਆਂ। ਸਰ, ਇਸ ਨਾਲ ਹੀ ਜੁੜਿਆ ਇੱਕ ਸਵਾਲ ਹੈ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਸਾਡੇ ਯੂਪੀ ਦੇ ਕਿਸਾਨ ਯੂਨੀਅਨ ਨਾਲ, ਹਰਿਆਣਾ ਦੀ ਕਿਸਾਨ ਯੂਨੀਅਨ ਨਾਲ ਮੀਟਿੰਗ ਹੋ ਚੁੱਕੀ ਹੈ ਔਰ ਪੰਜਾਬ ਦੀਆਂ ਬਹੁਤ ਸਾਰੀ ਕਿਸਾਨ ਯੂਨੀਅਨ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ, ਪਰ ਨਾਮ ਨਹੀਂ ਲੈ ਸਕਦੇ। ਮੈਂ 31 ਦੇ ਤੌਰ ਤੇ ਤੁਹਾਨੂੰ ਇੱਕ ਸਿੰਗਲ ਸਵਾਲ ਕਰਾਂਗਾ ਕਿ ਕੀ ਤੁਹਾਡੇ ਜੋ ਕਿਸੇ ਯੂਨੀਅਨ ਨੇ ਹਾਲੇ ਤੱਕ ਅਕਾਲੀ ਦਲ ਮੁਲਾਕਾਤ ਕੀਤੀ ਜਾਂ ਨਹੀਂ? ਕੀ ਤੁਸੀਂ ਅਕਾਲੀ ਦਲ ਦੇ ਇਸ ਦਾਅਵੇ ਨੂੰ ਕਿੱਦਾਂ ਦੇਖ ਰਹੇ ਹੋ? ਔਰ ਕੋਈ ਦੇਖੋ ਜੀ, ਹਾਲੇ ਤੱਕ ਤਾਂ ਕੋਈ ਮੀਟਿੰਗ ਹੋਈ ਨਹੀਂ, ਕਿਸੇ ਨੂੰ ਹੈ ਤਾਂ ਪੁੱਛ ਲਓ। ਸਾਡੇ ਤਾਂ ਨੋਟਿਸ ਨਹੀਂ। ਉਹ ਰਾਜਨੀਤਿਕ ਪਾਰਟੀਆਂ ਨੇ ਗਿਆ, ਉਹ ਕਿਸੇ ਨਾਲ ਵੀ ਖੁਦ ਜਾ ਕੇ ਕਰ ਸਕਦੇ ਆ, ਪਰ ਸਾਡੇ ਨਾਲ ਜਿਹੜੀਆਂ 31 ਜਥੇਬੰਦੀਆਂ ਸਾਡੇ ਨਾਲ ਦਾ ਕੋਈ ਤਾਲੁਕ ਨਹੀਂ। ਤੁਹਾਨੂੰ ਮੇਰੀ ਗੱਲ, ਜਿਹੜਾ ਇੱਕ ਸਵਾਲ ਕਰਿਆ ਬਿਹਾਰ ਦੀਆਂ ਚੋਣਾਂ ਦਾ, ਉਹ ਬਿਹਾਰ ਵਾਲੇ ਲੋਕ ਸੋਚਣਗੇ ਉੱਥੋਂ ਆਏ। ਕੋਈ ਬਾਹਰੋਂ ਪਾਰਟੀ ਦੇ ਕੋਈ ਬਾਹਰੋਂ ਲੀਡਰ ਆਏ ਆ? ਅੱਜ ਸਾਡੀ ਮੀਟਿੰਗ ਦੇ ਵਿੱਚ ਕੋਈ ਦੂਜੀ ਸਟੇਟ ਦੇ ਲੀਡਰ ਆਏ? ਹਰਿਆਣੇ ਦੇ ਥੋੜੀ ਅੱਜ ਦੀ ਮੀਟਿੰਗ 'ਚ ਕੋਈ ਪੰਜਾਬ, ਹਰਿਆਣਾ, ਹਿਮਾਚਲ ਜਾਂ ਕਿਤੋਂ ਹੋਰ ਦੂਜੀ ਸਟੇਟ ਤੋਂ ਕੋਈ ਅਹੁਦੇਦਾਰ ਆਏ ਜਾਂ ਨਹੀਂ, ਕੱਲ ਮੇਰੀ ਗੁਰਨਾਮ ਸਿੰਘ ਹੋਰਾਂ ਨਾਲ ਗੱਲ ਹੋਈ ਸੀ। ਉੱਥੇ ਇੱਕ ਘਟਨਾ ਵਾਪਰ ਗਈ ਜਿਹਦੇ ਕਰਕੇ ਉੱਥੇ ਸਰਕਾਰ ਬੀਜੇਪੀ ਵਾਲਿਆਂ ਦੀ ਹੈ। ਇੱਕ ਟਰੈਕਟਰ ਤੋਂ ਡਿੱਗ ਕੇ ਕੋਈ ਬਜ਼ੁਰਗ ਮਰ ਗਿਆ, ਉਹਨਾਂ ਨੇ ਸਾਡੇ ਵਰਕਰਾਂ ਦੇ ਕਤਲ ਦਾ ਕੇਸ ਦਰਜ ਕਰਤਾ। ਇਸ ਕਰਕੇ ਉੱਥੇ ਦੇ ਪ੍ਰਧਾਨ ਸਾਹਿਬ ਇੱਥੇ ਆਉਣ ਤੋਂ ਰੁਕ ਗਏ। ਡਿਪਟੀ ਸੀਐਮ ਦੇ ਸਾਹਮਣੇ ਧਰਨਾ ਚੱਲਦਾ। ਦੂਜਾ ਉੱਥੇ ਡਿਪਟੀ ਸੀਐਮ ਦੇ ਘਰ ਦੇ ਸਾਹਮਣੇ ਧਰਨਾ ਚੱਲ ਰਿਹਾ ਹੈ। ਅਦਰਵਾਈਜ਼ ਆਉਣਾ ਸੀ ਜੇ ਉਹ ਕੱਲ ਵਾਲੀ ਘਟਨਾ ਨਾਰਾਇਣਗੜ੍ਹ ਦੀ ਜਿਹੜੀ ਨਾ ਹੁੰਦੀ। ਜਿਹੜੀਆਂ ਪੋਲੀਟੀਕਲ ਪਾਰਟੀਆਂ ਬਾਰ-ਬਾਰ ਤੁਹਾਨੂੰ ਸਾਰੀਆਂ ਹੀ, ਚਾਹੇ ਅਕਾਲੀ ਦਲ ਹੈ ਜਾਂ ਦੂਸਰੀਆਂ ਹੈਗੀਆਂ ਨੇ, ਲਗਾਤਾਰ ਹੀ ਕਹਿ ਵੀ ਰਹੀਆਂ ਨੇ ਕਿ ਕਿਸਾਨ ਯੂਨੀਅਨਾਂ ਅੱਗੇ ਲੱਗਣ, ਉਹ ਪਿੱਛੇ ਲੱਗਣ ਨੂੰ ਤਿਆਰ ਨੇ। ਝੰਡੇ ਕੇ ਨੀਚੇ ਆਣੇ ਕੇ ਤਿਆਰ। ਦੇਖੋ, ਹਰ ਇੱਕ ਨੇ ਕਹਿਣਾ ਹੁੰਦਾ ਹੈ ਅਸੀਂ ਆਪਣੇ ਅੰਦੋਲਨ ਨੂੰ ਬਚਾ ਕੇ ਲੈ ਕੇ ਜਾਣਾ ਹੈ,
ਉਹਨਾਂ ਨੇ ਆਪਣੀਆਂ ਪੋਲੀਟੀਕਲ ਰੋਟੀਆਂ ਸੇਕਣੀਆਂ, ਅਸੀਂ ਕਿਉਂ ਅਲਾਉ ਕਰਾਂਗੇ ਜੀ ਉਹਨਾਂ ਨੂੰ? ਪਰ ਰਾਜੇਵਾਲ ਸਾਹਿਬ ਕੀ ਸਿਆਸੀ ਪਾਰਟੀਆਂ ਤੋਂ ਬਿਨਾਂ ਇੰਨਾ ਵੱਡਾ ਅੰਦੋਲਨ ਹੈ ਜਿਵੇਂ ਕੱਲ ਭਾਰਤ ਸਰਕਾਰ ਨੇ ਤੁਹਾਡੇ ਨਾਲ ਕੀਤਾ, ਉਹਦੇ ਰਵੱਈਏ ਤੋਂ ਬੜਾ ਸਾਫ਼ ਹੈ। ਸਿਆਸੀ ਪਾਰਟੀਆਂ ਤੋਂ ਬਿਨਾਂ, ਸਿਆਸੀ ਹਮਾਇਤ ਤੋਂ ਬਿਨਾਂ ਕਿਸਾਨ ਜਥੇਬੰਦੀਆਂ ਕੋਲ ਇੰਨੀ ਤਾਕਤ ਹੈ ਕਿ ਦਿੱਲੀ ਨਾਲ ਟੱਕਰ ਲੈ ਕੇ ਤੁਸੀਂ ਜਿੱਤ ਪ੍ਰਾਪਤ ਕਰ ਲਓ। ਸਿਆਸੀ ਪਾਰਟੀਆਂ ਤੋਂ ਬਿਨਾਂ ਕਿਸਾਨ ਜਥੇਬੰਦੀਆਂ ਲੋਕਾਂ ਦੀ ਹਮਾਇਤ ਨਾਲ ਚੱਲ ਰਹੀਆਂ। ਲੋਕਾਂ ਦੀ ਹਮਾਇਤ ਤੋਂ ਬਿਨਾਂ ਨਾ ਸਿਆਸੀ ਪਾਰਟੀ ਦੇ ਕੋਈ ਮਾਅਨੇ ਹੁੰਦੇ ਆ, ਨਾ ਦੇਸ਼ ਚੱਲ ਸਕਦਾ। ਸਾਡੇ ਨਾਲ ਲੋਕ ਨੇ, ਲੋਕਾਂ ਦਾ, ਸਮਾਜ ਦਾ ਹਰ ਵਰਗ ਜਿਹੜਾ ਅੱਜ ਸਾਡੇ ਨਾਲ ਖੜਾ ਹੈ। ਲੋਕਾਂ ਨੂੰ ਸਮਝ ਪੈ ਗਈ ਬਈ ਸਰਕਾਰ ਜਿਹੜੇ ਇਕੱਲੇ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰ ਰਹੀ, ਇਹਨਾਂ ਕਾਨੂੰਨਾਂ ਦੇ ਨਾਲ ਸਾਰੇ ਦੇਸ਼ ਵਿੱਚ ਗਰੀਬੀ ਫੈਲੇਗੀ। ਔਰ ਤੁਸੀਂ ਇਹ ਤੋਂ ਵੀ ਗਾਂ ਦੁਨੀਆ 'ਚ ਕਿੱਥੇ ਚਲੇਗੀ? ਟਰੰਪ ਨੇ ਵਿਰੋਧ ਕਰਤਾ, ਜਸਟਿਨ ਟਰੂਡੋ ਨੇ ਵਿਰੋਧ ਕਰਤਾ। ਦੁਨੀਆ ਦੇ ਹਰ ਦੇਸ਼ ਵਿੱਚ ਜਿੱਥੇ ਪੰਜਾਬੀ ਬੈਠਾ ਹੈ, ਰੋਜ਼ ਕੌਂਸੂਲੇਟਸ ਦੇ ਅੱਗੇ ਮੁਜ਼ਾਹਰੇ ਹੋ ਰਹੇ ਨੇ। 5-5, 6-6 ਸ਼ਹਿਰਾਂ ਦੇ ਵਿੱਚ ਰੋਜ਼ ਮੁਜ਼ਾਹਰੇ ਹੋ ਰਹੇ ਨੇ। ਸਾਰੀ ਦੁਨੀਆ ਵਿੱਚ ਤਾਂ ਇਹਦਾ ਅਸਰ ਜਾ ਰਿਹਾ। UN ਦੇ ਅੱਗੇ ਮੁਜ਼ਾਹਰੇ ਹੋ ਗਏ। ਇਹ ਅੰਦੋਲਨ ਦਾ ਸੇਕ ਬਹੁਤ ਦੂਰ ਤੱਕ ਲੱਗਿਆ। ਰਾਜੇਵਾਲ ਜੀ ਇੱਕ ਮਿੰਟ, ਜਿਵੇਂ ਤੁਸੀਂ ਕਹਿੰਦੇ ਕਿ ਦਿੱਲੀ ਸਰਕਾਰ ਪੰਜਾਬ ਦੀ ਦੋਖੀ ਹੈ, ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਕਿਸੇ ਨਾ ਕਿਸੇ ਰੂਪ ਵਿੱਚ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਕਿ ਦਿੱਲੀ ਸਰਕਾਰ ਤੇ ਖੁਸ਼ ਨਹੀਂ ਹੋਊਗੀ ਵੀ ਇਹ ਲੜਾਈ ਲੜ ਰਹੇ ਨੇ, ਆਪਣਾ ਨੁਕਸਾਨ ਕਰ ਰਹੇ ਨੇ, ਕਰੀ ਜਾਣ, ਸਾਡਾ ਕੀ ਜਾਂਦਾ? ਦੇਖੋ, ਹਿੰਦੁਸਤਾਨ 'ਚ 2 ਸਟੇਟਾਂ ਨੇ ਜਿਨ੍ਹਾਂ ਨੇ ਦੁਨੀਆ ਦਾ ਬੈਸਟ ਮਾਰਕੀਟਿੰਗ ਸਿਸਟਮ ਡਿਵੈਲਪ ਕੀਤਾ ਹੋਇਆ, ਪੰਜਾਬ ਤੇ ਹਰਿਆਣਾ। ਜੇ ਇਹਨਾਂ ਦੋਨਾਂ ਸਟੇਟਾਂ 'ਚ ਟੁੱਟ ਜਾਂਦਾ ਤਾਂ ਸਭ ਤੋਂ ਵੱਧ ਨੁਕਸਾਨ ਇਹਨਾਂ ਦੋਨਾਂ ਸਟੇਟਾਂ ਦਾ ਹੋਣਾ। ਬਾਕੀ ਤਾਂ ਆਲਰੇਡੀ ਸੇਕ ਜਿਹੜਾ ਉਹ ਚੱਲ ਰਹੇ ਨੇ। ਤਾਂ ਇਸ ਕਰਕੇ ਇਕੱਲਾ ਪੰਜਾਬ ਦੀ ਗੱਲ ਨਹੀਂ, ਹਰਿਆਣਾ ਸਾਡੇ ਨਾਲ ਹੈ ਇਸ ਮਸਲੇ ਤੇ। ਲੇਕਿਨ ਪ੍ਰਧਾਨ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹੈਗਾ ਵੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਸਾਨੂੰ ਹਮਾਇਤ ਵੀ ਮਿਲ ਰਹੀ ਹੈਗੀ ਆ, ਬੇਸ਼ੱਕ ਮਿਲਦੀ ਰਹੀ ਹੈ। ਜਸਟਿਨ ਟਰੂਡੋ ਨੇ ਵੀ ਅਲੱਗ-ਅਲੱਗ ਅਮਰੀਕਾ ਨੇ ਤੁਹਾਡੇ ਤੋਂ ਇੱਕ ਜਾਂ ਦੋ ਬੰਦੇ ਹੀ ਸਵਾਲ ਪੁੱਛੀ ਜਾਂਦੇ। ਲੇਕਿਨ ਤੁਹਾਡਾ ਕੀ ਕੱਲ ਤੁਸੀਂ ਗਏ ਵੀ ਉੱਥੇ ਤੇ ਗਵਰਨਮੈਂਟ ਦੇ ਮੰਤਰੀਆਂ ਨੇ ਤੁਹਾਡੇ ਨਾਲ ਮੁਲਾਕਾਤ ਕਰਨੀ ਵੀ ਮੁਨਾਸਬ ਨਹੀਂ ਸਮਝੀ ਹੈਗੀ। ਇਹ ਉਹਨਾਂ ਦਾ ਫੈਸਲਾ ਹੋਊ। ਅਸੀਂ ਇਸੇ ਕਰਕੇ ਵਿਰੋਧ ਇਸੇ ਵਿਰੋਧ ਤਾਂ ਅਸੀਂ ਰੇਲ ਇਸੇ ਕਰਕੇ ਰੇਲ ਰੋਕੋ ਅੱਗੇ ਵਧਾਈ ਜਾਂਦੇ ਆ। ਔਰ ਇਸੇ ਕਰਕੇ ਅਸੀਂ ਜਿਹੜਾ ਉਹਨਾਂ ਦਾ ਜਦੋਂ ਹੁਣ ਵਰਚੁਅਲ ਮੀਟਿੰਗਸ ਕਰਨਗੇ ਉਹਦੇ ਵਿਰੋਧ ਦਾ ਫੈਸਲਾ ਲਿਆ। ਇਸੇ ਕਰਕੇ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਦੇਣ ਦਾ ਫੈਸਲਾ ਕੀਤਾ। ਬਾਰ-ਬਾਰ ਸਿਆਸੀ ਪਾਰਟੀਆਂ ਦਾ ਇੱਥੇ ਜ਼ਿਕਰ ਹੋ ਰਿਹਾ, ਤਾਂ ਸਰ ਆਮ ਆਦਮੀ ਪਾਰਟੀ ਨੇ ਜੰਤਰ ਮੰਤਰ ਵਿੱਚ ਜਿਹੜਾ ਧਰਨਾ ਕੀਤਾ ਪਿਛਲੇ ਦਿਨੀ, ਪੰਜਾਬ ਤੋਂ ਵੀ ਉਹਦੇ ਅਹੁਦੇਦਾਰ ਗਏ ਨੇ ਆਮ ਆਦਮੀ ਪਾਰਟੀ ਦੇ, ਤਾਂ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਕੇਜਰੀਵਾਲ ਜੀ ਵੀ ਉੱਥੇ ਪਹੁੰਚੇ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਕਿਸੇ ਇੱਕ ਪਾਰਟੀ ਦਾ ਨਾਂ ਨਾ ਲਓ। ਹਰੇਕ ਆਪੋ ਆਪਣਾ ਪ੍ਰੋਗਰਾਮ ਕਰਦਾ, ਹਰੇਕ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦਾ। ਉਹਨਾਂ ਨੇ ਵੀ ਕਰ ਲਿਆ, ਜਿੱਥੇ ਅਕਾਲੀਆਂ ਨੇ ਵੀ ਕੀਤਾ, ਕਾਂਗਰਸ ਵਾਲਿਆਂ ਨੇ ਵੀ ਕੀਤਾ, ਹੁਣ ਆਮ ਆਦਮੀ ਪਾਰਟੀ ਨੇ ਕਰ ਲਿਆ। ਉਹਨਾਂ ਨੂੰ ਵੀ ਅਸੈਂਬਲੀ 'ਚ ਪਾਸ ਕਰਨਾ ਚਾਹੀਦਾ। ਉਹਨਾਂ ਨੂੰ ਵੀ ਅਸੈਂਬਲੀ 'ਚ ਪਾਸ ਕਰਨਾ ਚਾਹੀਦਾ। ਦਿੱਲੀ ਦੀ ਅਸੈਂਬਲੀ 'ਚ ਜਿਹੜਾ ਮਤਾ ਸਾਡਾ ਕਿਸਾਨਾਂ ਦੇ ਹੱਕ ਦਾ ਮਤਾ ਦਿੱਲੀ ਦੀ ਅਸੈਂਬਲੀ 'ਚ ਪਾਸ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ। ਸਰ ਦਿੱਲੀ ਨੂੰ ਅਲਟੀਮੇਟਮ ਦਿੰਦਾ, ਜੇ ਪੰਜਾਬ ਨੂੰ ਅਲਟੀਮੇਟਮ ਹੋ ਸਕਦਾ, ਦਿੱਲੀ ਨੂੰ ਹੈ ਕੋਈ ਅਲਟੀਮੇਟਮ? ਕਦੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਇੱਕ ਹਫ਼ਤੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ ਨਹੀਂ ਅਸੀਂ ਕਾਂਗਰਸੀਆਂ ਦੇ ਘਰ ਘੇਰਾਂਗੇ। ਕਿ ਆਮ ਆਦਮੀ ਪਾਰਟੀ ਨੂੰ ਅਲਟੀਮੇਟਮ ਦਿੱਤਾ ਜਾਂਦਾ ਕਿ ਜੇ ਇੰਨੇ ਟਾਈਮ 'ਚ ਸੈਸ਼ਨ ਨਹੀਂ ਬੁਲਾਇਆ ਸਾਨੂੰ ਇੱਕ ਪਾਰਟੀ ਤੱਕ ਸਾਨੂੰ ਕਨਫਾਈਨ ਨਾ ਕਰੋ। ਪਹਿਲਾਂ ਕਾਂਗਰਸ ਦੇ ਵੀ ਸਰ ਇੱਕ ਪਾਰਟੀ ਦੀ ਕਨਫਾਈਨ ਨਹੀਂ, ਉਹ ਇੱਥੇ ਰੂਲ ਕਰਦੇ ਸੀ। ਐਗਰੀਕਲਚਰ ਸਟੇਟ ਹੈ ਦਿੱਲੀ, ਐਗਰੀਕਲਚਰ ਸਟੇਟ ਨਹੀਂ ਹੈ। ਉੱਥੇ ਤਾਂ ਕੁਝ ਹਜ਼ਾਰ ਏਕੜ ਦੇ ਵਿੱਚ ਖੇਤੀ ਹੁੰਦੀ ਹੈ, ਉਹ ਕੋਈ ਖੇਤੀ ਨਹੀਂ ਹੈ। तमाम ਰਾਜਨੀਤਿਕ ਪਾਰਟੀਆਂ ਕਿਸਾਨਾਂ ਨੂੰ ਸਪੋਰਟ ਕਰ ਰਹੀਆਂ ਨੇ, ਬੀਜੇਪੀ ਨੂੰ ਛੱਡ ਕੇ। ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਨੇ ਕਿ ਹਾਲੇ ਤੱਕ ਕਿਸੇ ਡੇਰੇ ਵੱਲੋਂ ਵੀ ਸਪੋਰਟ ਦਿੱਤੀ ਗਈ ਹੈ ਨਾ? ਜਿੱਦੋਂ ਦੀਆਂ ਸਰਕਾਰਾਂ ਦੀ ਉਹਨੇ ਸਾਡੀ ਮੰਗ ਤੱਕ ਦੇ ਮੰਨੀ। ਜਿੱਦਣ ਡੇਰੇ ਸਾਨੂੰ ਸਪੋਰਟ ਕਿਹੜੀ ਪਾਰਟੀ ਕਰਦੀ ਹੈ? ਰੋਦਾ ਸਿੰਘ ਨਾ ਅਕਾਲੀ ਦਾ 10 ਸਾਲ ਰਹਿ ਗਿਆ, ਕਾਂਗਰਸ ਹੁਣ ਬੈਠੀ ਹੈ ਦਿੱਲੀ ਦੇ ਵਿੱਚ। ਉਹ ਕਿੱਦਾਂ ਸਾਨੂੰ ਡੇਰਿਆਂ 'ਚ ਨਾ ਉਲਝਾਓ, ਉੱਥੋਂ ਗੱਲ ਵਿਗੜ ਕੇ ਕਿਸੇ ਹੋਰ ਪਾਸੇ ਚਲੀ ਜਾਂਦੀ। ਅਸੀਂ ਬਚ ਦੇਖੋ ਦੇਖੋ ਇਹਦੇ 'ਚ ਇੱਕ ਗੱਲ ਬੜੀ ਤੁਹਾਡੇ ਸਾਹਮਣੇ ਸਾਫ਼ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਧਰੂਵੀਕਰਨ ਕਰਤਾ। ਇੱਕ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬ ਦੇ ਕਿਸਾਨਾਂ ਦੇ ਪੱਖ 'ਚ ਆਉਣ ਲੱਗ ਗਏ, ਵੱਡੀ ਪੱਧਰ ਤੇ ਆਏ ਨੌਜਵਾਨ ਗਾਇਕ ਆ ਗਏ, ਲੋਕ ਆ ਗਏ। ਦੂਸਰਾ ਹੈ ਕਿ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਦੇਸ਼ ਦੇ ਕਿਸਾਨਾਂ ਦੀ ਮੂਵਮੈਂਟ ਬਣ ਜਾਏ। ਸੋ ਇਹੀ ਹੈ ਸਾਡਾ ਇਸ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਤਰੀਕਾ। ਤੀਸਰਾ ਇਹ ਹੈ ਨੰਬਰ ਨੂੰ ਦਿੱਲੀ ਘੇਰੀ ਜਾ ਰਹੇ ਆ ਸਾਰੇ ਇੰਡੀਆ ਦੇ ਕਿਸਾਨਾਂ ਵੱਲੋਂ। ਇਹ ਕੋਈ ਹਾਲੇ ਤਾਂ ਸ਼ੁਰੂਆਤ ਉੱਥੇ ਹੋਈ ਆ ਜਿੱਥੇ ਮੰਡੀ ਮਾਡਲ ਬਹੁਤ ਵਧੀਆ ਆ। ਦੂਜੀਆਂ ਸਟੇਟਾਂ ਦੇ ਕਿਸਾਨ ਵੀ 20 ਸਟੇਟਾਂ 'ਚ
ਪ੍ਰੋਟੈਸਟ ਹੋਇਆ 25 ਨੂੰ, ਪਿਛਲੇ 25 ਨੂੰ, ਤੇ 26-27 ਨਵੰਬਰ ਨੂੰ ਦਿੱਲੀ ਦਾ ਘਰਾਓ ਹੋਣਾ ਹਿੰਦੁਸਤਾਨ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ, ਕਿਸਾਨ ਜਥੇਬੰਦੀਆਂ ਸਰ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਹੁੰਦੀ ਆ, ਜਿਹੜੇ ਫਾਰਮੂਲੇ ਯੂਜ਼ ਕਰਕੇ ਸਵਾਮੀਨਾਥਨ ਦੀ ਰਿਪੋਰਟ ਐਮਐਸਪੀ ਦੀ ਸਿਫਾਰਿਸ਼ ਕਰਦੀ ਆ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਉਹ ਸਵਾਮੀਨਾਥਨ ਰਿਪੋਰਟ ਲਾਗੂ ਕਰ ਚੁੱਕੇ ਆ। ਤੁਸੀਂ ਕੱਲ ਮੰਗੀ ਰੱਖੀ ਸੀ ਸਵਾਮੀਨਾਥਨ ਦੀ ਵੀ। ਇਹ ਸਾਰਾ ਝੂਠ ਆ। ਉਹ A2FL ਕਰ ਰਹੇ ਆ, ਉਹਦੇ ਵਿੱਚ ਕੰਪਰੀਹੈਂਸਿਵ ਖਰਚਾ ਨਹੀਂ ਕਹਿੰਦੇ ਆ। ਅਸੀਂ ਡਿਮਾਂਡ ਕਰਦੇ ਆ C2 ਪਲੱਸ 50% ਪ੍ਰੋਫਿਟ। 3 ਫਾਰਮੂਲੇ ਆ ਸਵਾਮੀਨਾਥਨ ਦੇ, ਅਸੀਂ C2 ਪਲੱਸ 50% ਪ੍ਰੋਫਿਟ ਵਾਲਾ ਫਾਰਮੂਲਾ ਮੰਗਦੇ ਹਾਂ। ਇਹਨਾਂ ਨੇ ਕੋਈ ਮੋਦੀ ਝੂਠ ਬੋਲ ਰਿਹਾ, ਇਹ ਸ਼ਾਂਤਾ ਕੁਮਾਰ ਦੀ ਰਿਪੋਰਟ ਲਾਗੂ ਕਰ ਰਿਹਾ। ਰਾਜਪਾਲ ਸਾਹਿਬ ਪਹਿਲੀ ਵਾਰ ਇਹ ਹੋਇਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪੁਆਇੰਟ ਤੇ ਇਕੱਠੇ ਹੋਏ ਹੋ ਤੇ ਤੁਸੀਂ ਕਹਿੰਦੇ ਹੋ ਲੋਕ ਵੀ ਸਾਡੇ ਨਾਲ ਨੇ, ਤੇ ਕੀ ਉਮੀਦ ਕਰ ਸਕਦੇ ਆ ਪੰਜਾਬ ਦੇ ਵਿੱਚ ਖੇਤਰਵਾਦ ਦੀ ਸਿਆਸਤ ਜਨਮ ਲੈ ਕੇ ਇਹਦੇ ਵਿੱਚ ਅੰਦੋਲਨ ਚੋਂ? ਨਹੀਂ, ਹਾਲੇ ਅਸੀਂ ਇਸ ਪਾਸੇ ਕਦੇ ਸੋਚਿਆ ਹੀ ਨਹੀਂ ਕਿਸੇ ਨੇ। ਸਾਡਾ ਕੰਮ ਇਹ ਨਹੀਂ। ਤੁਸੀਂ 25 ਦਾ ਬੰਦ ਨਹੀਂ ਦੇਖਿਆ ਕਿ ਕਿੰਨੀ ਸਪੋਰਟ ਮਿਲੀ ਹੈ। ਸੰਧੂ ਸਾਹਿਬ, ਇਹ ਇਕਨੋਮਿਕ ਇਸ਼ੂਜ਼ ਤੇ ਲੜਨ ਵਾਲੇ ਲੋਕ ਨੇ। ਔਰ ਕਮਾਲ ਇਹ ਹੈ ਮੈਂ ਇੱਕ ਮਿੰਟ ਜੀ, ਮੈਂ ਇੱਕ ਗੱਲ ਬਹੁਤ ਜ਼ਰੂਰੀ ਕਹਿਣਾ ਚਾਹੁੰਦਾ। ਕਮਾਲ ਇਹ ਹੈ ਉਹ ਤਾਂ ਭਾਈ ਤੁਹਾਡਾ ਭਾਈਚਾਰਾ ਹੈ। ਚਲੋ ਪਲੀਜ਼ ਕਿਰਪਾ ਕਰਕੇ 2 ਬੰਦੇ ਆਪਣੇ ਜਾ ਕੇ ਹਟਾਇਓ। ਸਾਡਾ ਪ੍ਰੈਸ ਕਾਨਫਰੰਸ ਨੂੰ ਨਾ ਵਿਗਾੜੋ। ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਾ ਪਾਓ ਪਲੀਜ਼। ਇੱਥੇ ਰੌਲਾ ਨਾ ਪਾਓ। ਬੈਠੋ। ਮੀਡੀਆ ਵਾਲੇ ਤਾਂ ਆਪ ਰੌਲਾ ਪਾ ਰਹੇ। ਬੈਠੋ ਪਲੀਜ਼। ਮੀਡੀਆ ਵਾਲੇ ਵੀ ਨਾ ਬੋਲੋ। ਸਾਰੇ ਕੈਮਰੇ ਆ ਮੀਡੀਆ ਵਾਲੇ ਤਾਂ ਸਿਆਣੇ ਬੰਦੇ ਹੁੰਦੇ ਆ। ਚਲੋ ਜੀ ਮੈਂ ਇਹਦੇ ਵਿੱਚ ਨਾ ਮੈਂ ਇੱਕ ਗੱਲ ਮੈਂ ਸਾਰੇ ਮੀਡੀਆ ਨੂੰ ਕਹਿਣਾ ਚਾਹੁੰਦਾ। ਮੇਰਾ ਲਾਈਫ ਦਾ ਪਹਿਲਾ ਤਜਰਬਾ ਹੈ ਜਦੋਂ 31 ਜਥੇਬੰਦੀਆਂ ਇਕੱਠੀਆਂ ਹੋ ਕੇ ਅੰਦੋਲਨ ਕਰ ਰਹੀਆਂ ਹੈ। ਇੰਨੀ ਬਹਿਸ ਹੁੰਦੀ ਹੈ, ਇੰਨੀ ਬਰੀਕੀ ਚ ਕੋਕ ਕਰਨ ਤੋਂ ਬਾਅਦ ਫੈਸਲੇ ਲੈਂਦੀ ਹੈ। ਬੜਾ ਉਸਾਰੂ ਕਦਮ ਹੈ ਜੀ। ਸਾਡੇ ਨਹੀਂ ਬਾਹਰ ਚਲੇ ਗਏ। ਸਾਡਾ ਕੋਈ ਇਹ ਪਤਾ ਨਹੀਂ ਕੌਣ ਨੇ। ਇਹ ਪਤਾ ਨਹੀਂ ਸਾਹਿਬ ਆਪਣੇ ਬੰਦੇ ਇੱਧਰ ਬੁਲਾ ਲਓ। ਉਹ ਤਾਂ ਫੋਟੋਆਂ ਕਰੀ ਜਾਂਦੇ ਆ। ਹਲੋ ਇਹ ਪਤਵਾਨ ਦੀ ਪ੍ਰੈਸ ਦਾ ਡਾਊਨ ਕਰੋ। ਤੁਸੀਂ ਆਪਣੇ ਬੰਦੇ ਇੱਧਰ ਬੁਲਾਓ। ਕਹਿ ਦਿਓ ਬਾਹਰ ਕੱਢੋ ਜੀ ਇਹਨਾਂ ਨੂੰ। ਕੌਣ ਨੇ ਆਪਣਾ ਬੰਦਾ ਇੱਧਰ ਆ ਜਾਓ ਸਾਰੇ। ਕਿਸਾਨ ਲੀਡਰ ਸਾਰੇ ਤੇ ਆ ਜਾਓ। ਕਿਸਾਨ ਇਹਨਾਂ ਨੂੰ ਬਾਹਰ ਕੱਢੋ। ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਬਾਹਰ ਕੱਢੋ ਇਹਨਾਂ ਨੂੰ। ਕਿਸਾਨ ਲੀਡਰ ਸਾਰੇ ਕਿਸਾਨ ਯੂਨੀਅਨ ਦੇ ਕੇ ਦੱਸ ਲਓ। ਇਹ ਰਲਦੂ ਸਿੰਘ ਕੋਈ ਇਹਨਾਂ ਨੂੰ ਬੋਲੀਦਾ। ਰਲਦੂ ਕਿਉਂ ਪ੍ਰਧਾਨ ਨਾਮ ਬਗਾੜ। ਰਲਦੂ ਕਿਉਂ ਬੋਲਦੇ ਨਹੀਂ ਬੋਲੀਦਾ। ਕਿਸਾਨ ਦੇ ਮੀਡੀਆ ਵਾਲੇ ਇੱਕ ਦੂਜੇ ਦੇ ਮੀਲੇ ਵਾਲੇ ਆ। ਤੁਸੀਂ ਆਪਣੇ ਤੌਰ ਤੇ ਕੱਪੋ। ਤੁਸੀਂ ਸਿਆਣੇ ਬੰਦੇ। ਕਿਸਾਨ ਲੀਡਰ ਸਾਰੇ ਇੱਧਰ ਆ ਜਾਓ ਆਪਣੀਆਂ ਫੇਰਾਂ ਤੇ। ਇੱਕ ਮਿੰਟ ਚੁੱਪ ਦਾ ਦਾਨ ਬਖਸ਼ਿਓ। ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੈਗੇ ਹੋ, ਉਹ ਠੀਕ ਹੈ ਕਿ ਸਾਨੂੰ ਚਾਹੀਦਾ ਪੱਤਰਕਾਰ ਕਿਹੜਾ ਹੈ ਨਹੀਂ ਹੈ। ਘੱਟੋ ਘੱਟ ਤੁਸੀਂ ਇੱਕ ਬੇਨਤੀ ਕਰਿਆ ਕਰੋ ਕਿ ਜਿਹੜਾ ਪੱਤਰਕਾਰ ਤੇ ਬੱਚੇ ਇਸ ਤਰ੍ਹਾਂ ਪੱਤਰਕਾਰਤਾ ਕਰਨ ਵਾਸਤੇ ਬੈਠੇ ਆ, ਪੱਤਰਕਾਰ ਪ੍ਰੈਸ ਕਾਨਫਰੰਸ ਹੈਗੀ ਹੈ ਤੇ ਕੋਈ ਦੂਜਾ ਨਾ ਬੈਠੇ। ਹਾਲੇ ਵੀ ਕੋਈ ਹੈਗਾ CID ਵਾਲਾ ਇੰਟੈਲੀਜੈਂਸ ਨਾ ਬੈਠੇ। ਗੈਰ ਕਿਸਾਨ ਜਥੇਬੰਦੀ ਤੋਂ ਕੋਈ ਬੰਦਾ ਇੱਥੇ ਨਾ ਬੈਠਾ। ਕਹਿੰਦੇ ਆ ਜੀ ਹਮੇਸ਼ਾ ਕਹਿੰਦੇ। ਬਿਲਕੁਲ ਸਹਿਮਤ ਹਾਂ। ਸੁਣੋ ਬੇਨਤੀ ਸੁਣੋ। ਬਿਲਕੁਲ ਸਹਿਮਤ ਹਾਂ। 100% ਸਹਿਮਤ ਹਾਂ। 100% ਤੁਹਾਡੇ ਨਾਲ ਸਹਿਮਤ ਹਾਂ। ਸੁਣੋ ਇੱਥੇ ਕਿਸਾਨ ਤੁਸੀਂ ਮੇਰੇ ਵੀਰ ਜੀ ਚੁੱਪ ਤਾਂ ਕਰਿਓ।
ਇੱਥੇ ਕਿਸਾਨਾਂ ਤੇ ਮੀਡੀਆ ਵਾਲੇ ਤੋਂ ਬਿਨਾਂ ਬਾਹਰਲਾ ਬੰਦਾ ਕੋਈ ਨਾ ਹੋਵੇ। ਮੀਡੀਆ ਵਾਲੇ ਤੇ ਕਿਸਾਨ ਆਗੂਆਂ ਤੋਂ ਬਿਨਾਂ ਬਾਹਰਲਾ ਕੋਈ ਨਾ ਆਵੇ। ਜੇ ਕੋਈ ਬਾਹਰਲਾ ਹੈਗਾ ਤਾਂ ਬਾਹਰ ਚਲੇ ਜਾਵੇ। ਕਿਸਾਨ ਤੇ ਮੀਡੀਆ ਵਾਲੇ ਸਰ ਜੋ ਕਹਿੰਦੇ ਨੇ ਸਮ ਅਪ ਕਰ ਦੇ ਕੋਈ ਨਾ ਕਰ ਮੇਰੀ ਬੇਟੇ ਚੁੱਕਦਾ ਦਾਨ ਬਖਸ਼ੋਗੇ। ਦੇਖੋ ਪਹਿਲਾਂ ਨਹੀਂ ਸੀ ਅੰਦਰ ਕੋਈ ਵੀ ਵਨ ਬਾਈ ਵਨ ਕੁਐਸਚਨ ਵਿੱਚ ਆ ਗਿਆ ਰਸ਼ ਦੇ ਵਿੱਚ ਉਹ ਤੁਹਾਡੇ ਰਸ਼ ਵਿੱਚ ਆਏ ਨੇ ਸਾਡਾ ਬਸ ਚੁੱਪ ਕਰਕੇ ਖੇਤਰਵਾਦੀ ਸਿਆਸਤ ਜਨਮ ਲੇਗੀ ਇਸ ਅੰਦੋਲਨ ਦੇ ਵਿੱਚੋਂ। ਦੇਖੋ ਜੇ ਇਹ ਤਾਂ ਸਮਾਂ ਦੱਸੂ ਅੱਜ ਅਸੀਂ ਕੀ ਕਹਿ ਸਕਦੇ ਉਹ ਸਾਡੀ ਦਿਸ਼ਾ ਕੋਈ ਨਹੀਂ ਹੈ। ਸਾਡੀ ਉਸ ਪਾਸੇ ਕੋਈ ਸਾਡਾ ਸਾਡੀ ਦਿਸ਼ਾ ਕੋਈ ਨਹੀਂ ਹੈ। ਸਾਡੀ ਦਿਸ਼ਾ ਹੈ ਕਿਸਾਨਾਂ ਨੂੰ ਜਥੇਬੰਦ ਕਰਨਾ, ਫਿਰ ਹਿੰਦੁਸਤਾਨ ਦੇ ਕਿਸਾਨਾਂ ਨੂੰ ਜਥੇਬੰਦ ਕਰਨਾ। ਔਰ ਜੇ ਕੇਂਦਰ ਦੀ ਸਰਕਾਰ ਜਾਂ ਕਿਸੇ ਸੂਬੇ ਦੀ ਸਰਕਾਰ ਕਿਸਾਨਾਂ ਦੇ ਇਹਨਾਂ ਮੁੱਦਿਆਂ ਦੇ ਵਿਰੁੱਧ ਭੁਗਤਦੀ ਹੈ, ਉਸ ਸਰਕਾਰ ਦੀਆਂ ਉਹਨਾਂ ਨੀਤੀਆਂ ਨੂੰ ਨਿਸ਼ਾਨਾ ਬਣਾਉਣਾ ਜਿਹੜੀਆਂ ਨੀਤੀਆਂ ਕਿਸਾਨਾਂ ਦੇ ਵਿਰੁੱਧ ਦਵਿੰਦਰਪਾਲ ਜੀ ਦੇਖੋ ਇਹ ਜਿਹੜੀ ਸਿਆਸਤ ਹੈ ਇਹਦੇ ਕਰਕੇ ਹੀ ਅੱਜ ਕਿਸਾਨੀ ਨੂੰ ਰੋਕਣਾ ਪੈ ਰਿਹਾ ਕਿ ਤੁਹਾਨੂੰ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਫਰੰਟ ਬਣਾਉਣ, ਸਿਆਸੀ ਮੰਚ ਬਣਾਉਣ ਗਰੇਜ ਕਿਉਂ ਜਦੋਂ ਇਹ ਵਧੀਆ ਐਜੀਟੇਸ਼ਨ ਨਹੀਂ ਦੇਖੋ ਸਾਡਾ ਤਜਰਬਾ ਬਹੁਤ ਹੋ ਗਿਆ। ਅਸੀਂ ਦੇਖ ਲਏ ਟਕੈਤ ਸਾਹਿਬ ਨੂੰ ਦੇਖ ਲਿਆ, ਲੱਖੋ ਸਾਹਿਬ ਨੂੰ ਦੇਖ ਲਿਆ, ਹੋਰ ਵੀ ਤਾਮਿਲਨਾਡੂ ਮਹਾਰਾਸ਼ਟਰ ਚ ਬਹੁਤ ਦੇਖਿਆ। ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਪੋਲੀਟੀਕਲ ਪਾਰਟੀਆਂ ਤੋਂ ਇਕੁਈ ਡਿਸਟੈਂਟ ਰੱਖਿਆ, ਈਵਨ ਇਲੈਕਸ਼ਨ ਦੇ ਦੌਰਾਨ ਕਰੈਕਟ ਡਿਸੀਜਨ ਲਿਆ, ਕਿਸੇ ਦੀ ਗੱਡੀ ਤੇ ਨਹੀਂ ਚੜੇ, ਕਿਸੇ ਦੇ ਝੰਡੇ ਨਹੀਂ ਚੱਕੇ, ਉਹ ਜਥੇਬੰਦੀਆਂ ਹੌਲੀ ਹੌਲੀ ਡਿਵੈਲਪ ਹੋਈਆਂ ਨੇ ਤੇ ਹੋ ਰਹੀਆਂ ਨੇ। ਜਿਹੜੀਆਂ ਨੇ ਇਹ ਪੋਜੀਸ਼ਨ ਲਈ ਹੈ, ਪਾਰਟੀਸ਼ਨ ਪੋਜੀਸ਼ਨ ਲਈ ਹੈ, ਕਿਸੇ ਵੀ ਪਾਰਟੀ ਨਾਲ ਜਾਂ ਆਪ ਪਾਰਟੀ ਬਣਾਈ ਹੈ, ਉਹ ਜਥੇਬੰਦੀਆਂ ਡੁੱਬ ਗਈਆਂ। ਤੁਸੀਂ ਡਾਕਟਰ ਸਾਹਿਬ ਵਧਾ ਕੇ ਪੇਸ਼ ਕਰ ਰਹੇ ਹੋ। ਚੁੱਪ ਕਰ ਇੱਕ ਮਿੰਟ ਉਹ ਫੇਰ ਕਰ ਲਈ ਉਹਨੂੰ। ਸਪੀਕਰ ਤੇ ਬੋਲਦੇ ਤੁਸੀਂ ਚਲੋ ਜੀ ਮਾੜਾ ਚਾਹੇ ਮਰਜ਼ੀ ਜਵਾਬ ਦੇ ਦੂਜੇ ਯਾਰ ਹਾਲ ਦੀ ਘੜੀ ਸਾਡਾ ਜਿਹੜਾ ਘੋਲ ਹੈ ਕਿਸਾਨੀ ਘੋਲ ਹੈ। ਕਿਸਾਨੀ ਘੋਲ ਨੂੰ ਮੁੱਖ ਰੱਖ ਕੇ ਲੜਾਈ ਲੜੀ ਜਾਊਗੀ। ਸਾਰੇ ਹਿੰਦੁਸਤਾਨ ਦੇ ਕਿਸਾਨ ਨੂੰ ਇਕੱਠਾ ਕਰਕੇ ਲੜਾਈ ਲੜੀ ਜਾਊਗੀ। ਅਸੀਂ ਪੋਲੀਟੀਕਲ ਪਾਰਟੀਆਂ ਨੂੰ ਕਹਾਂਗੇ ਬਾਹਰੋਂ ਰਹਿ ਕੇ ਸਾਡੀ ਸਪੋਰਟ ਕਰੋ। ਸਾਡੇ ਘੋਲ ਨੂੰ ਅੰਦਰ ਆ ਕੇ ਨਾ ਕੋਈ ਕਰੋ। ਬਾਹਰੋਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸਪੋਰਟ ਕਰਨਾ ਚਾਹੁਣਗੀਆਂ ਉਹ ਕਰਨ। ਅਸੀਂ ਉਹਨਾਂ ਨੂੰ ਅਗਰਾਹਾਂ ਗਰੁੱਪ ਕੀ ਤੁਹਾਡੇ ਨਾਲ ਪ੍ਰੋਪਰ ਆ ਗਿਆ ਜਾਂ ਫਿਰ ਜਿਹੜੇ ਮਜ਼ਦੂਰ ਜਥੇਬੰਦੀਆਂ ਨੇ ਕੀ ਉਹ ਵੀ ਤੁਹਾਡੇ ਨਾਲ ਨੇ? ਜਿੱਥੋਂ ਤੱਕ ਅਗਰਾਹਾਂ ਦਾ ਸਵਾਲ ਹੈ, ਅਗਰਾਹਾਂ ਸਾਡੇ ਨਾਲ ਮੁੱਢ ਤੋਂ ਹੀ ਤਾਲਮੇਲ ਮੇ ਐਕਸ਼ਨ 'ਚ ਚੱਲਦੇ ਆ। ਉਹਨਾਂ ਆਜ਼ਾਦ ਉਹਨਾਂ ਦੀ ਹਸਤੀ ਹੈ, ਆਜ਼ਾਦ ਫੈਸਲੇ ਲੈਂਦੇ ਆ। ਉਹ ਸਾਡੇ 30 ਜਥੇਬੰਦੀਆਂ ਦੇ ਅੰਦਰ ਨਹੀਂ ਹੈ, ਉਹ ਬਾਹਰੋਂ ਸਾਡੀ ਸਪੋਰਟ ਕਰਦੇ ਆ। ਉਹ ਇਸ ਗੱਲ ਲਈ ਖੁੱਲੇ ਆ। ਇਹਦਾ ਸਵਾਲ ਤੁਸੀਂ ਉਹਨਾਂ ਤੋਂ ਪੁੱਛੋ। ਹਾਂ ਇੱਕ ਮਿੰਟ, ਅਸੀਂ ਅਜੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਲੜ ਰਹੇ ਹਾਂ। ਅਸੀਂ ਕੱਲ ਨੂੰ ਇਹ ਅਪੀਲ ਕਰਾਂਗੇ ਮਜ਼ਦੂਰ ਜਥੇਬੰਦੀਆਂ ਵੀ, ਵਿਦਿਆਰਥੀ ਜਥੇਬੰਦੀਆਂ ਵੀ, ਹੋਰ ਜਥੇਬੰਦੀਆਂ ਵੀ ਜਿਹੜੀਆਂ ਅੱਡ ਅੱਡ ਤਰ੍ਹਾਂ ਦੇ, ਹੋ ਸਕਦਾ ਅਸੀਂ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਇਕੱਠ ਮਾਰ ਕੇ ਉਹਨਾਂ ਨੂੰ ਆਪਦੇ ਨਾਲ ਲਈਏ। ਅਗਲੀ ਮੀਟਿੰਗ ਕਿੱਥੇ ਕਰੋਗੇ ਇਹਦੀ ਦੱਸੋ? ਇੱਥੇ ਹੀ ਕਰਾਂਗੇ। ਸਥਿਤੀ ਨੂੰ ਤਣਾਅਪੂਰਨ ਕਿਤੇ ਨਾ ਕਿਤੇ ਸਰਕਾਰ ਵੱਲੋਂ ਜਾਂ ਏਜੰਸੀਆਂ ਵੱਲੋਂ ਬਣਾਇਆ ਜਾ ਰਿਹਾ। ਫਤਿਹਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਬੇਅਦਬੀ ਹੁੰਦੀ ਹੈ ਜਾਂ ਅਸ਼ਵਨੀ ਸ਼ਰਮਾ ਦੇ ਉੱਤੇ ਜਿਹੜਾ ਹਮਲਾ ਹੁੰਦਾ, ਕਿਤੇ ਨਾ ਕਿਤੇ ਸਥਿਤੀ ਨੂੰ ਤਣਾਅਪੂਰਨ ਬਣਾ ਕੇ ਜੇ ਐਮਰਜੈਂਸੀ ਥੋਪੀ ਜਾਂਦੀ ਹੈ, ਇਹੋ ਜਿਹੀ ਸਥਿਤੀ ਪੈਦਾ ਕੀਤੀ ਜਾਂਦੀ ਹੈ, ਫਿਰ ਸਾਡੇ ਕੋਲੇ ਕੀ ਟੈਕਨੀਕਲ ਪਲਾਨ ਹੈ? ਉਹ ਅਸੀਂ ਉਦੋਂ ਦੇਖ ਲਾਂਗੇ ਜਿੱਥੋਂ ਤੱਕ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ। ਉਹਦੇ ਲਈ ਬਹੁਤ ਵੱਡਾ ਅਦਾਰਾ ਸ਼੍ਰੋਮਣੀ ਕਮੇਟੀ, ਇਹ ਉਹਨਾਂ ਦਾ ਕੰਮ ਹੈ, ਉਹ ਕਰਨ। ਸਾਡਾ ਕੰਮ ਹੈ ਕਿਸਾਨ ਮੰਗਾਂ ਤੇ ਲੜਨਾ। ਲਾਭ ਸਿੰਘ ਦੇ ਸ਼ਹੀਦੀ ਦਾ ਬਾਕੀ ਅੱਜ ਕੱਲ ਸਾਡਾ ਇੱਕ ਕਿਸਾਨ ਸੰਗਰੂਰ ਅੱਜ ਸਵੇਰੇ ਸ਼ਹੀਦ ਹੋ ਗਿਆ, ਉਹ ਰੇਲ ਦੀ ਪਟੜੀ ਤੇ ਅਸੀਂ ਮਤਲਬ ਲਗਾਤਾਰ ਸਾਡੇ ਜਿਹੜੇ ਕਿਸਾਨ ਸਾਥੀ ਹੈ ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਇਸ ਪ੍ਰੋਗਰਾਮ ਦੇ ਵਿੱਚ। ਅੱਜ ਰੰਧਾਵਾ ਜੀ ਨਾਲ ਗੱਲ ਹੋਈ ਹੈ ਕਿ ਜੋ ਕਿਸਾਨਾਂ ਦੀ ਮੌਤ ਹੋਈ ਹੈ, ਕਿਸਾਨਾਂ ਦੀ ਡੈਥ ਹੋਈ ਹੈ, ਧਰਨਾ ਦੇ ਦੌਰਾਨ ਉਹਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੀ ਪੁਰਾਣੀ ਪਾਲਿਸੀ ਹੈ ਉਸ ਦੇ ਤਹਿਤ ਕੇਸ ਵਿਚਾਰੇ ਜਾਣਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਦੇ ਲਈ ਕੋਈ ਨਵੀਂ ਪਾਲਿਸੀ ਲਿਆਂਦੀ ਜਾ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਜੇ ਕਿਸਾਨ ਕਹਿਣਗੇ ਤਾਂ ਉਸ ਤੇ ਵਿਚਾਰ ਕੀਤਾ ਜਾ ਸਕਦਾ। ਤੁਹਾਡੀ ਕੀ ਮੰਗ ਹੈ ਜੀ ਚੀਜ਼ਾਂ ਲੈ ਕੇ? ਅਸੀਂ ਕਹਿੰਦੇ ਵੀ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਕਿਸਾਨੀ ਘੋਲ 'ਚ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ।
ਉਹਨਾਂ ਦੇ ਕਰਜ਼ੇ ਹੋਰ ਗੱਲਾਂ ਸਾਰੀਆਂ ਜਿੰਨੀ ਅਸੀਂ ਕਿਸਾਨ ਜਥੇਬੰਦੀਆਂ ਵਿੱਚ ਜ਼ੋਰ ਲਾਵਾਂਗੇ ਵੀ ਵੱਧ ਤੋਂ ਵੱਧ ਉਹਨਾਂ ਨੂੰ ਸਹਾਇਤਾ ਮਿਲ ਜਾਵੇ। ਸਰਕਾਰ ਤੋਂ ਮੰਗ ਕੀ ਕਰੋਗੇ ਇਸ ਚੀਜ਼ ਦੇ ਲਈ? ਸਰਕਾਰ ਤੋਂ ਕੀ ਮੰਗ ਰੱਖੀ ਜਾਏਗੀ? ਕੋਈ ਸਰਕਾਰੀ ਨੌਕਰੀ ਦੀ ਮੰਗ, ਕੋਈ ਮੁਆਵਜ਼ੇ ਦੀ ਮੰਗ? ਉਹ ਸਾਡੇ ਉੱਥੋਂ ਦੇ ਜਿਹੜੇ ਯੂਨਿਟ ਆ ਉਹਨਾਂ ਨੇ ਕੀਤੀ ਵੀ ਆ ਉੱਥੇ ਮੰਗ, ਉਹ ਜਿਹੜਾ ਸੰਗਰੂਰ ਯੂਨਿਟ ਹੈ। ਸਰਕਾਰ ਨਾਲ ਮੀਟਿੰਗ ਹੋ ਰਹੀ ਹੈ, ਉਸ ਦੇ ਵਿੱਚ ਇਹ ਮੰਗ ਰੱਖੀ ਜਾਏਗੀ ਨਾਲ? ਅਸੀਂ ਸਮਝਦੇ ਹਾਂ ਵੀ ਇਹ ਜਿਹੀਆਂ ਛੋਟੀਆਂ ਮੰਗਾਂ ਆਉਂਦੀਆਂ ਰਹਿਣਗੀਆਂ, ਜਿਹੜੀਆਂ ਸਾਡੀ ਵੱਡੀਆਂ ਮੰਗਾਂ ਤੇ ਲੜਾਈ ਆ, ਛੋਟੀਆਂ ਮੰਗਾਂ ਦਾ। ਚਲੋ ਮੈਂ ਸਾਰੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ।